ਤੇ ਗੁਰਮੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਆਪਾਂ ਸਾਰਿਆਂ ਦਾ ਹੀ ਮਾਰਗਦਰਸ਼ਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਔਰ ਆਪਾਂ ਸੰਗਤ ਦੇ ਰੂਪ ਦੇ ਵਿੱਚ, ਇੱਕ ਪਰਿਵਾਰ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਆਪਣੇ ਜੀਵਨ ਦੀ ਜਾਂਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸਿੱਖ ਰਹੇ ਹਾਂ। जितना का आप उन्हें तो पूछते जाएंगे उतना कि वो अपने लिए खजाना खोलते चले जाएंगे। वो खजाना जो साढ़े अकाल पुरख दे मन दे विछोड़े ते लेके मिलाप तक दी अकथ दे राही वो सानू दृढ़ कराते हैं। किस तरीके से साड़ा मन उस अकाल पुरख परमात्मा दे घर ते आया, किस तरीके ते खेल बना, किमें बिछड़ गया, कौन से बंधन संसार दे विच आके उन्होंने पै गए जिस करके कि वो अकाल पुरख परमात्मा दे सन्मुख नहीं हो पाया। वो सारा ज्ञान ਆਪਾਂ ਕਥ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਸਾਰੇ ਹੀ ਸਰਵਣ ਕਰ ਰਹੇ हैं। ਗੁਰਮੁਖੋ ਆਪਣੀ ਨਿੱਜੀ ਲਾਈਫ ਦੀ ਕੁਝ ਪ੍ਰੋਬਲਮਾਂ ਇਹੋ ਜਿਹੀਆਂ ਕ੍ਰੀਏਟ ਹੋ ਗਈਆਂ ਕਿ ਆਪਾਂ ਖੁਦ ਵੀ ਉਹਨਾਂ ਤੋਂ ਚਾਹ ਕੇ ਵੀ ਇੱਕ ਸਾਡੀ ਜੋ ਮਨ ਦੀ ਵਰਤੀ ਹੈ ਉਸ ਸਿਚੁਏਸ਼ਨ 'ਚ ਜਾ ਚੁੱਕੀ ਹੈ। ਜੋ ਸੰਸਾਰ ਦੇ ਵਿੱਚ ਆਪਾਂ ਨਜ਼ਰ ਮਾਰਦੇ ਹਾਂ, ਦੇਖਦੇ ਹਾਂ, ਜੋ ਗੁਰਮਤ ਦਾ ਗਿਆਨ ਨਹੀਂ ਦ੍ਰਿੜ ਕਰ ਰਹੇ, ਉਹਨਾਂ ਦੀ ਵਰਤੀ ਇਹੋ ਜਿਹੀ ਅਵਸਥਾ 'ਚ ਜਾ ਚੁੱਕੀ ਹੈ ਕਿ ਚਿੰਤਾਵਾਂ, ਆਸਾ, ਅਭਿਲਾਸ਼ਾ, ਇਸ ਅਵਸਥਾ ਦੇ ਵਿੱਚ ਮਨ ਦੀ ਵਰਤੀ ਕਾਫੀ ਹੱਦ ਤੱਕ ਅੱਗੇ ਚਲੀ ਗਈ, ਜਿਸ ਕਰਕੇ ਕਿ ਉਹਨਾਂ ਨੂੰ ਦੁੱਖ ਬਹੁਤ ਜ਼ਿਆਦਾ ਹੈ ਸੰਸਾਰ ਦੇ ਵਿੱਚ। ਸਭ ਤੋਂ ਬੜੀ ਪ੍ਰੋਬਲਮ ਹੈ ਜੋ ਰਜੋਗੁਣ ਹੈ। ਇੱਕ ਭਾਵ ਗੁਰਬਾਣੀ ਦੇ ਵਿੱਚ ਦਰਸਾਇਆ ਗਿਆ ਹੈ ਕਿ ਤਮੋਗੁਣ ਸਭ ਤੋਂ ਜ਼ਿਆਦਾ ਖਤਰਨਾਕ ਹੈ, ਲੇਕਿਨ ਆਪਾਂ ਇਹਦੇ ਵਿੱਚ ਇੱਕ ਬਰੀਕੀ ਖੋਜ ਸਕਦੇ ਹਾਂ ਕਿ ਰਜੋ ਤੇ ਹੀ ਲਗਭਗ ਜ਼ਿਆਦਾਤਰ ਤਮੋ ਤਿਆਰ ਹੁੰਦਾ ਹੈ। ਕਿਉਂਕਿ ਜੋ ਰਜੋਗੁਣ ਦੇ ਵਿੱਚ ਮਨ ਵਿਚਰਦੇ ਹੈ, ਜਿਨ੍ਹਾਂ ਨੂੰ ਆਸਾ ਬਹੁਤ ਜ਼ਿਆਦਾ ਹੁੰਦੀ ਹੈ, ਵਿਲਾਸਾ, ਇੱਛਾਵਾਂ ਜ਼ਿਆਦਾ ਜਾਗ ਜਾਂਦੀਆਂ ਹੈ, ਔਰ ਮਾਇਆ ਨੂੰ ਇਕੱਠਾ ਕਰਨਾ, ਅਰਥਚਾਰੇ ਦੇ ਜਿੰਨੇ ਵੀ ਸੰਸਾਰ ਦੇ ਵਿੱਚ ਕਰਮ, ਜਿਹਨੂੰ ਆਪਾਂ ਕਰਮ ਬੋਲਦੇ, ਕਰਮ ਦੁਨਿਆਵੀ ਕਰਮ ਕੇਵਲ, ਉਹਦੇ ਕਰਕੇ ਜੋ ਸਾਡੇ ਮਨ ਦੀ ਵਰਤੀ ਹੈ ਉਹ ਇਤਨੀ ਅੱਗੇ ਚਲੀ ਗਈ, ਇਤਨੀ ਅੱਗੇ ਮਾਇਆ ਦੇ ਵਿੱਚ, ਮਾਇਆ ਨੂੰ ਇਤਨਾ ਦ੍ਰਿੜ ਕਰ ਲਿਆ, ਇਤਨਾ ਦ੍ਰਿੜ ਕਿ ਅਗਰ ਮਾਇਆ ਘਟਦੀ ਹੈ ਤਾਂ ਵੀ ਪ੍ਰੋਬਲਮ ਹੁੰਦੀ ਹੈ, ਅਗਰ ਮਾਇਆ बढ़ती ਹੈ ਤਾਂ ਵੀ ਪ੍ਰੋਬਲਮ ਹੁੰਦੀ ਹੈ। ਔਰ ਸੁੱਖ ਸਹੂਲਤ ਦੀਆਂ ਚੀਜ਼ਾਂ बढ़ਦੀਆਂ ਹੈ, ਆਪਾਂ ਜੋ ਮਨਮਤ ਤੇ ਵਿਚਰ ਰਹੇ हैं ਉਹਨਾਂ ਦੀ ਵਿਚਾਰ ਦੀ ਸੋਝੀ ਲੈ ਰਹੇ हैं कि जो मनमत ਦੇ ਰਾਹੀਂ अपना जीवन यापन कर रहे हैं ਤੇ ਗੁਰਮਤ ਦੇ ਰਾਹੀਂ जो करेंगे ਉਹਨਾਂ 'ਚ कितना बड़ा अंतर हो जाएगा। अगर सुख सहूलतां बढ़िया ਤਾਂ ਵੀ प्रॉब्लम ਹੁੰਦੀ ਹੈ और नहीं बढ़दियां ਤਾਂ ਵੀ प्रॉब्लम ਹੁੰਦੀ है। अगर इच्छा जागी और वो इच्छा पूरी नहीं हुई ਤਾਂ भी दुख है, क्रोध है। अगर वो इच्छा पूरी हो गई तो अहंकार है, ईगो है, मतलब कि अपने वर्गा दूजे ਨੂੰ नहीं समझना। ਇਹ ਬਰੀਕੀਆਂ ਸਾਡੀ ਨਿੱਜੀ ਲਾਈਫ ਦੇ ਵਿੱਚ ਇਹ ਪ੍ਰੋਬਲਮਾਂ ਹੋਈਆਂ ਹਨ, ਜਿਹਦੇ ਕਰਕੇ ਕਿ ਅਸੀਂ ਸਦੋਗੁਣੀ ਹਟ ਤੋਂ ਨਹੀਂ ਬੈਠ ਪਾਉਂਦੇ। ਲੇਕਿਨ ਇਹਦਾ ਜੋ ਮੇਨ ਰੋਲ ਰਿਹਾ ਹੈ ਉਹ ਰਜੋਗੁਣ ਦਾ ਰਿਹਾ ਹੈ। ਰਜੋਗੁਣ ਦੇ ਹੀ ਰਾਹੀਂ ਅਸੀਂ ਤਮੋਗੁਣ ਦੇ ਵਿੱਚ ਜਾਂਦੇ ਹਾਂ। ਜੇ ਆਪਾਂ ਕੋਈ ਕੰਮਕਾਜ ਸੋਚਾ ਜਾਂ ਇਹੋ ਜਿਹਾ ਕੰਮਕਾਜ ਜਿਹਨੂੰ ਅਸੀਂ ਆਪਣੀ ਖੁਦ ਦੀ ਮਤ ਦੇ ਅਨੁਸਾਰ ਕਰਨਾ ਚਾਹੁੰਦੇ ਹਾਂ ਔਰ ਉਹ ਨਹੀਂ ਹੁੰਦਾ ਤੇ ਉਹਦੇ ਕਰਕੇ ਸਾਨੂੰ ਆਪਣੇ ਆਪ ਦਾ ਕ੍ਰੋਧ ਆਉਂਦਾ ਹੀ ਹੈ ਤੇ ਅਗਲੇ पे भी आता है कि ऐसा क्यों नहीं होया। फिर ਅਸੀਂ परमात्मा ਨੂੰ भी ऐसा करके लांबे देने कि बई ऐसा हो जाना चाहिए था, क्यों नहीं होया। तो मेन प्रॉब्लम है साड़ी कि ਅਸੀਂ ਰਜੋਗੁਣ ਨੂੰ, ਕਰਮ ਨੂੰ ਇਤਨਾ ਜ਼ਿਆਦਾ ਦ੍ਰਿੜ ਕਰ ਲਿਆ कि ਆਪਾਂ ਰਜੋ ਤੇ ਤਮੋ 'ਚ ਚਲੇ ਜਾਂਦੇ हैं, ਰਜੋ ਤੇ ਵਾਪਸ ਸਤੋ 'ਚ ਨਹੀਂ ਆਉਂਦੇ। ऐसी मन ਦੀ ਅਵਸਥਾ ਹੋ ਗਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸੋਝੀ ਦੇ ਰਹੇ हैं ਕਿ ਸਭ ਤੋਂ ਪਹਿਲਾ ਸੋਝੀ ਲਓ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਠਹਿਰੇ ਹੋਏ ਹੋ, ਨਾ ਕਿ ਤੁਹਾਡਾ ਨਿੱਜੀ ਖੇਲ ਹੈ। ਇੱਥੇ ਤੁਸੀਂ ਮਹਿਮਾਨ ਹੋ, ਜੋ ਮਨ ਆਏ ਹੋਏ हैं वो मेहमान है
ਔਰ ਮਹਿਮਾਨ ਨੂੰ ਕੇਵਲ ਔਰ ਕੇਵਲ ਨੋਰਮਲ ਤਰੀਕੇ ਤੇ ਰਹਿਣਾ ਚਾਹੀਏ। ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਜਿਹਦੇ ਘਰ ਮਹਿਮਾਨ ਜਾਂਦਾ ਹੈ ਉਹਨੂੰ ਪਰਵਾਹ ਹੁੰਦੀ ਹੈ, ਬਾਕੀ ਉਹਨੂੰ ਖੁਦ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹਨੇ ਇੱਕ ਸਤਿਕਾਰਯੋਗ ਹੋ ਕੇ ਰਹਿਣਾ ਹੁੰਦਾ ਹੈ ਉੱਥੇ। ਔਰ ਆਪਣੀ ਕੀ ਪ੍ਰੋਬਲਮ ਬਣੀ ਹੋਈ ਕਿ ਆਪਾਂ ਸੰਸਾਰ ਦੇ ਵਿੱਚ ਆਏ, ਇਹਨੂੰ ਆਪਣਾ ਘਰ ਮੰਨ ਕੇ ਇੱਥੇ ਬਹਿ ਗਏ, ਸਾਰੀਆਂ ਚੀਜ਼ਾਂ ਨੂੰ ਸਾਨੇ ਆਪਣਾ ਮੰਨ ਲਿਆ। ਜਦਕਿ ਗੁਰਬਾਣੀ ਗੁਰੂ ਸਾਨੂੰ ਸੋਝੀ ਦਿੰਦੇ ਹੈ ਕਿ ਇਹ ਜੋ ਧਰਤੀ ਹੈ, ਜਿਹਨੂੰ ਧਰਤੀ ਦਾ ਨਾਮ ਆਪਾਂ ਦਿੰਦੇ ਹਾਂ, ਜਿਸ ਲੋਕ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਇਹਨੂੰ ਗੁਰਬਾਣੀ ਦੇ ਵਿੱਚ ਧਰਮਸ਼ਾਲਾ ਕਿਹਾ ਗਿਆ ਹੈ। ਤਿਸ ਵਿੱਚ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜਿਉ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਕਹਿੰਦੇ ਵੀ ਇੱਕ ਧਰਮਸ਼ਾਲਾ ਬਣਾਈ ਹੈ, ਜਿਹਦੇ ਵਿੱਚ ਆਪਣੇ ਵਰਗੇ ਮਨਾਂ ਨੂੰ ਭੇਜਾ ਖੇਲਣ ਦੇ ਲਈ, ਮਾਨੁਖ ਦੀ ਦੇਹੀ ਦੇ ਕੇ। और भी बहुत जीव जंतु, और भी 84 लाख योनियां साजिया है मालिक ने अलग अलग लोगों ਤੋਂ। ਉਹ ਸਾਰਿਆਂ ਨੂੰ ਹੀ ਇੱਥੇ ਖੇਲਣਾ ਭੇਜਾ, ਲੇਕਿਨ ਇੱਕ ਉੱਤਮ ਜਾਮਾ ਮਾਨੁਖ ਦੇਹੀ ਨੂੰ ਇੱਥੇ ਰਾਜ ਕਰਨ ਦੇ ਲਈ ਭੇਜਾ। 84 ਲੱਖ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਜਾਮਾ ਮਾਨੁਖ ਦੇਹੀ ਦਾ ਬਣਾਇਆ, ਔਰ ਉਹਦੇ ਵਿੱਚ ਇੱਕ ਮਨ ਨੂੰ ਆਪਣੇ ਵਰਗਾ ਬਣਾ ਕੇ ਭੇਜਾ ਕਿ ਤੈਨੇ ਖੇਲ ਖੇਲਣਾ ਹੈ ਔਰ ਵਾਪਸ ਆਪਣੇ ਘਰ ਮੁੜ ਕੇ ਆਣਾ ਹੈ। ਲੇਕਿਨ ਆਪਾਂ ਇਸ ਤਰੀਕੇ ਤੇ ਇੱਥੇ ਖੇਲਣ ਲੱਗੇ ਕਿ ਆਪਾਂ ਆਪਣੇ ਮੂਲ ਨੂੰ, ਆਪਣੀ ਪਹਿਚਾਨ ਨੂੰ, ਆਪਣੇ ਆਪ ਨੂੰ ਹੀ ਭੁੱਲ ਗਏ। ਔਰ ਭੁੱਲਦੇ 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 ਅੱਜ ਉਸ ਅਵਸਥਾ 'ਚ ਜਾ ਕੇ ਬਹਿ ਗਏ ਕਿ ਇੱਕ ਵਾਰ ਨੂੰ ਤਾਂ ਕਈ ਵਾਰ ਸਾਨੂੰ ਬਹੁਤ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖਦੇ ਹਾਂ ਤੇ ਕਹਿੰਦੇ ਕਿ ਪ੍ਰਮਾਤਮਾ ਹੈਗਾ ਜਾਂ ਨਹੀਂ ਹੈ। ਔਰ ਜੋ ਨਈ ਜਨਰੇਸ਼ਨ ਆ ਰਹੀ ਹੈ ਹੁਣ ਫਿਲਹਾਲ, ਉਹਨੂੰ ਤਾਂ ਇਸ ਚੀਜ਼ ਦਾ ਬਿਲਕੁਲ ਹੀ ਭੇਦ ਨਹੀਂ ਹੈ ਕਿ ਪ੍ਰਮਾਤਮਾ ਵੀ ਕੋਈ ਚੀਜ਼ ਹੈ। ਅਗਰ ਉਹਨਾਂ ਦੇ ਮਾਂ ਬਾਪ ਨੇ, ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕਿਸੇ ਚੀਜ਼ ਤੇ ਜੋੜਾ ਹੈ ਤਾਂ ਅਡੰਬਰਾਂ ਤੇ, ਮੰਦਿਰ ਜਾਣਾ ਹੈ, ਗੁਰਦੁਆਰੇ ਜਾਣਾ ਹੈ, ਨੋਰਮਲੀ ਮੱਥਾ ਟੇਕਣਾ, ਬਾਕੀ ਮਾਲਿਕ ਦਾ ਕੋਈ ਭੇਦ ਨਹੀਂ ਹੈਗਾ। तो ਅੱਜ ਦੀ ਆਪਾਂ ਨਿਗਾਹ ਮਾਰ ਕੇ ਸੰਸਾਰ ਦੇ ਵਿੱਚ ਦੇਖੋ ਕਿ ਆਪਾਂ ਕਿਤਨੇ ਬੜਭਾਗੀ ਹੈ, ਕਿਤਨੇ ਬੜਭਾਗੇ ਹੈ ਕਿ ਆਪਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਥ ਸੰਗ ਹੋ ਗਿਆ, ਜੋ ਸਾਨੂੰ ਨਿੱਜੀ ਪ੍ਰੈਕਟੀਕਲ ਦੇ ਰਾਹੀਂ ਆਪਣੇ ਘਰ ਵਾਪਸ ਹੋਣ ਦਾ ਰਸਤਾ ਦੱਸ ਰਿਹਾ ਹੈ। ਤੇ ਹੁਣ ਆਪਾਂ ਨੇ ਆਪਣੀ ਨਿੱਜੀ ਲਾਈਫ ਦੇ ਵਿੱਚ ਵਾਹਿਗੁਰੂ ਇੱਕ ਚੀਜ਼ ਦੇਖਣੀ ਹੈ, ਜੋ ਗੁਰਮੁਖ ਉਸ ਅਵਸਥਾ ਤੋਂ ਉੱਪਰ ਉੱਠ ਗਏ ਕਿ ਉਹਨਾਂ ਨੂੰ ਮਾਇਆ ਤੋਂ ਫਰਕ ਨਹੀਂ ਪੜਦਾ, ਉਹਨਾਂ ਤੋਂ ਤਾਂ ਬਹੁਤ ਕਿਰਪਾ ਹੈ। ਲੇਕਿਨ ਕੁਛ ਗੁਰਮੁਖ ਜੋ ਨਵੀਂ ਸੰਗਤ ਜੁੜੀ ਹੈ, ਉਹਨਾਂ ਨੂੰ ਕभी कभी किसी ਚੀਜ਼ ਦੀ ਚਿੰਤਾ ਹੋ ਜਾਂਦੀ ਹੈ। तो ਸਭ ਤੋਂ ਪਹਿਲਾ ਵਿਸ਼ੇ ਗੁਰਮੁਖੋ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਇੱਕ ਸੋਚ ਹੀ ਦੀ ਗਈ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਜੋ ਗੁਰਬਾਣੀ ਗੁਰੂ ਸਾਨੂੰ ਸੁਝਾਵ ਦਿੰਦੇ ਹੈ, ਜੋ ਸਾਨੂੰ ਗਿਆਨ ਦ੍ਰਿੜ ਕਰਾਣੇ, ਉਹਨੂੰ ਸਾਡੀ ਸੁਰਤੀ ਸਤ ਸਤ ਕਰਕੇ ਮੰਨਣਾ ਸਿੱਖ ਜਾਵੇ। ਚੱਲਣਾ ਤਾਂ ਬਾਅਦ ਦੀ ਬਾਤ ਰਹੇਗੀ, ਪਹਿਲੇ ਉਹਨੂੰ ਸਾਡਾ ਭਰੋਸਾ ਆ ਬਣ ਜਾਵੇ ਕਿ ਜੋ ਗੁਰਬਾਣੀ ਗੁਰੂ ਸਾਨੂੰ ਕਹਿੰਦੇ ਹੈ ਉਹ ਪੂर्ण ਸत्य ਹੈ। ਜਬ ਤੱਕ ਸਾਡਾ ਭਰੋਸਾ ਨਹੀਂ ਬਣਦਾ ਅਸੀਂ ਉਸ ਤੋਂ ਨਹੀਂ ਚੱਲ ਸਕਦੇ, ਫਿਰ ਸਾਡੇ ਡਾਊਟ ਹੀ ਕਲੀਅਰ ਨਹੀਂ ਹੋਣੇ। ਔਰ ਅਸੀਂ ਇसी ਤਰੀਕੇ ਤੇ ਵਿਚरेंगे ਸੰਕਾ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਸਾਨੂੰ ਗੁਰਮੁਖ ਵੀ ਦ੍ਰਿੜ ਕਰਾਏਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ ਤੇ ਸਾਨੂੰ ਸੰਕੇ रहेंगे जब तक कि ਸਾਨੂੰ पूर्ण भरोसा ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਨਹੀਂ ਹੈ ਕਿ ਇਹ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਸਾਥ ਮਿਲਾ ਸਕਦੇ। ਉਸ ਤੋਂ ਬਾਅਦ ਉਹ ਸਾਨੂੰ ਇੱਕ ਚੀਜ਼, ਇੱਕ ਮੇਨ ਪੁਆਇੰਟ ਕਰਕੇ ਸਮਝਾਉਂਦੇ हैं कि थाने चिंता नहीं करनी, क्योंकि जो चिंता है वो आशा अभिलाषा चिंता तृष्णावा ਇਹ ਰਜੋ ਗੁਣ ਦੇ ਵਿੱਚ ਹੈ। ਔਰ ਰਜੋ ਦੇ ਵਿੱਚ ਜਦ ਆਪਾਂ ਜ਼ਿਆਦਾ ਡੀਪਲੀ ਵਿਚਰਦੇ हैं ਤੇ ਰਜੋ ਤੇ ਤਮੋ ਚ ਜਾਣੇ ਚ समय नहीं लगता, ਆਪਣੀ ਸੁਰਤੀ ਤਮੋ ਚ ਚਲੀ ਜਾਂਦੀ ਹੈ। ਤਮੋ ਦਾ ਭਾਵ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਸ ਕਰਕੇ ਜੋ ਸਾਡਾ ਮੇਨ ਦ੍ਰਿਸ਼ਟਮਾਨ ਦੇ ਵਿੱਚ ਇੱਥੇ ਲੋਕ ਦੇ ਵਿੱਚ ਵਿਚਰਨ ਦੇ ਲਈ ਜੋ ਬਤਾਇਆ ਹੈ ਉਹ ਕਰਮ ਮੇਨ ਬਤਾਇਆ ਹੈ। ਤੇ ਕਰਮ ਦੇ ਰਾਹੀਂ ਹੀ ਸਤੋਗੁਣੀ ਵਿਚਾਰ ਤਿਆਰ ਹੋਣਗੇ, ਸਤੋ ਹਟ ਪੇ आओगे ਤੁਸੀਂ, ਔਰ ਕਰਮ ਦੇ ਰਾਹੀਂ ਹੀ ਤਮੋ ਪੈ ਜਾਓਗੇ। ਆਪਣੀ ਸੁਰਤੀ ਗੁਰੂ ਗ੍ਰੰਥ ਸਾਹਿਬ ਸਾਨੂੰ ਸੋਝੀ ਦਿੰਦੇ ਕਿ ਤੁਹਾਨੇ ਜੋ ਵਿਚਰਨਾ ਹੈ ਸੰਸਾਰ ਦੇ ਵਿੱਚ, ਜਿਵੇਂ ਆਪਾਂ ਸਾਰੇ ਹੀ ਆਨੇ ਹਾਂ ਔਰ ਉੱਥੇ ਕੰਮ ਕਾਜ ਕਰਦੇ ਹਾਂ,
ਅਗਰ ਅਸੀਂ ਉਹਦੇ ਸਾਥ ਕੰਮਕਾਜ ਦੇ ਰਾਹੀਂ ਮਾਇਆ ਦੇ ਸਾਥ ਪ੍ਰੇਮ ਪਾਣਾ ਸ਼ੁਰੂ ਕਰ ਦਿੰਦੇ हैं, अगर वो बढ़नी शुरू हो गई तो सानू ईगो होनी शुरू हो जाएगी, अहंकार होना शुरू हो जाएगा। अगर वो घटनी शुरू हो गई तो सानू दुख होना शुरू हो जाएगा। इस करके जो सानू मेन खेल दे विच मेन पॉइंट दिया है वो दिया है साडे कर्म दा, ते साने अपने कर्म दे विच भगती करनी है। जिवें कि गुरु ग्रंथ साहब महाराज ने सानू सोची दी कर्म धर्म दोई चौपड़ साजो। ਉਹ ਕਹਿੰਦੇ ਵੀ ਕਰਮ ਦੇ ਰਾਹੀਂ, ਕਰਮ ਕੀ ਹੁੰਦਾ ਵਾਹਿਗੁਰੂ, ਜੋ ਵੀ ਅਸੀਂ ਕਰਮ ਕਰਾਂਗੇ, ਜੋ ਅਸੀਂ ਰਜੋ ਗੁਣ ਦੇ ਵਿੱਚ ਵਿਚਰਦੇ ਹਾਂ ਉਹਦੇ ਵਿੱਚ ਸਾਨੇ ਹੁਕਮ ਦੇ ਵਿੱਚ ਵਿਚਰਨਾ ਹੁੰਦਾ ਹੈ। जैसे ਅਸੀਂ ਕਹਿੰਦੇ ਕਿ ਅਸੀਂ ਵਿਚਰ ਰਹੇ ਹਾਂ ਲੇਕਿਨ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਭੁੱਲ ਗਏ, ਅਸੀਂ ਹੁਕਮ ਤੋਂ ਬਾਹਰ ਹੋ। जैसे ਅਸੀਂ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਭਾਈ ਮਾਨਕੌਰ ਜੀ ਮਿਊਟ ਹੋ ਗਿਆ ਤੁਹਾਡਾ, ਅਨਮਿਊਟ ਕਰਕੇ ਬੋਲੋ ਪਲੀਜ਼। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਝੀ ਦੇ ਨੇ ਕਿ ਤੁਹਾਨੇ ਕਰਮ ਦੇ ਵਿੱਚ ਜਾਣਾ ਹੈ। ਸਰੀਰ ਨੂੰ ਲੈ ਕੇ ਤੁਸੀਂ ਕਰਮ ਤੋਂ ਜੁੜੋਗੇ ਤੇ ਉਹਦੇ ਵਿੱਚ ਤੁਹਾਨੇ ਹੁਕਮ ਦੇ ਵਿੱਚ ਵਿਚਰਨਾ ਸਿੱਖਣਾ ਹੈ। ਜੇ ਅਸੀਂ ਹੁਕਮ ਦੇ ਵਿੱਚ ਵਿਚਰਨਾ ਸਿੱਖ ਗਏ ਤੇ ਵਾਹਿਗੁਰੂ ਅਸੀਂ ਤਮੋ ਗੁਣ ਤੇ ਨਹੀਂ ਜਾएंगे। ਤਮੋ ਗੁਣ ਤੇ ਨਹੀਂ ਆਪਾਂ ਨੇ ਜਾਣਾ, क्योंकि जब अपनी सुरती तमोगुण ते चली जाती है तो सतोगुण नू हट के वापस आना बहुत कठिन है, बहुत कठिन। तो इसलिए उन्होंने सोची दी है कि थाने रजो च जाना है, रजो ते बैक यूजफुल, तमो च भी जाना है यूजफुल, लेकिन हुक्म दे विच रहंदा होना। उस तो बाद सतो ते आना है, और सतो ते जो चौथे पद दे विच सुरती प्रवेश होंदी है ते छेती हो जाती है। इस करके साने ए बरीकी बरीकी ध्यान रखना है कि जिन गुरुमुखा नू जैसे कि दृष्टमान दे विच कुछ प्रॉब्लम होनिया है, बाहरी प्रॉब्लम जो सानू गुरु ग्रंथ साहब महाराज सोची दे रहे हैं वो आपा नू बिरले बनाने की सोची दे रहे, बिरले सूरमा। ते साढ़े अंदर इतनी जन शक्ति हो जानी चाहिए कि असी निक्की निक्की बात नू साहिब श्री गुरु ग्रंथ साहब महाराज जी दे या अकाल पुरख जी दे सन्मुख ना हो लैके कि सच्चे पातशाह जो ਗੁਰਮੁਖ ਅਕਥ ਦਾ ਗਿਆਨ ਲੈਂਦੇ ਲੈਂਦੇ ਕਾਫੀ ਦਿਨਾਂ ਤੋਂ ਅੱਗੇ ਪਹੁੰਚ ਗਏ। ਉਹਨਾਂ ਦੀ ਗੱਲ ਨਹੀਂ ਆਪਾਂ ਕਰਦੇ ਜਿਨ੍ਹਾਂ ਨੂੰ ਅਗਿਆਨ ਦ੍ਰਿੜ ਹੋ ਗਿਆ, ਜਿਨ੍ਹਾਂ ਦਾ ਮਨ ਮੰਨ ਗਿਆ। ਜੋ ਨਵੀਂ ਸੰਗਤ ਹੈ ਉਹਦੇ ਲਈ ਅਸੀਂ ਵਿਚਾਰ ਕਰਦੇ ਹਾਂ ਕਿ ਜਿੰਨੀ ਵੀ ਮਾਇਆ ਹੈ, ਜੋ ਵੀ ਪ੍ਰੋਬਲਮ ਹੈ, ਦੁਨੀਆ ਵੀ ਪ੍ਰੋਬਲਮ ਹੈ, ਆਪਾਂ ਕਹਿੰਦੇ ਕਿ ਅਸੀਂ ਪ੍ਰਮਾਤਮਾ ਤੇ ਨਹੀਂ ਕਹਾਂਗੇ ਤਾਂ ਜੀ ਕੀ ਤੇ ਕਹਾਂਗੇ। ਗੁਰਮੁਖੋ ਸਾਰੇ ਸੰਸਾਰ ਦੇ ਵਿੱਚ ਇੱਕ ਹੀ ਪਾਵਰ ਖੇਲ ਰਹੀ ਹੈ, वो है अकाल पुरख परमात्मा आप। देने वाला आप, लेने वाला आप, खेलने वाला आप, खिलाने वाला आप, सारा कुछ वो आप कर रहा है। ਅਸੀਂ ਆਪਣੇ ਆਪ ਨੂੰ ਇੱਕ ਰੋਲ ਦੇ ਕੇ, ਆਪਣੇ ਆਪ ਦਾ ਕੁਝ ਅਹੁਦਾ ਸਮਝ ਕੇ ਜਿੱਥੇ ਆਪ ਭੂਲ ਕਰ ਦਿੰਦੇ ਹਾਂ ਉੱਥੇ ਹੀ ਦੁੱਖ ਪੈਦਾ ਹੋ ਜਾਂਦਾ ਹੈ। ਉਹਦਾ ਹੀ ਕਾਰਨ ਹੈ ਕਿ ਅਸੀਂ ਅੱਜ ਨੂੰ ਦੁਖੀ ਹਾਂ। ਜੋ ਵੀ ਸਾਡੇ ਸਾਥ ਹੋ ਰਿਹਾ ਹੈ ਉਹਦੇ ਜ਼ਿੰਮੇਵਾਰ ਅਸੀਂ ਆਪ हैं। उन चीज़ों ਨੂੰ ਅਸੀਂ ਚੁਣਦੇ ਹਾਂ, ਫਿਰ वो ਸਾਡੇ ਪਾਸ ਆ ਰਹੀਆਂ ਹੈ जो भी चीज है। तो गुरु ग्रंथ साहब महाराज कह रहे हैं अगर अकाल पुरख परमात्मा तो मिलाप करना है ते माया दा सुरत करके त्याग करना पड़ेगा। अगर आप त्याग करने च पूर्ण तरह ते तैयार नहीं होंगे, ਆਪਾਂ ਨੂੰ माया कभी नहीं छड्डदी, ना इस जन्म छड्डूगी ना आने वाले जन्म छड्डूगी। इस करके जो ਆਪਾਂ ਨੂੰ इस टाइम तो गुरु ग्रंथ साहब दे राही सोझी दी जा रही है ते साने अपनी मत नू, अपनी मन नू दृढ़ करा देना है कि जो माया है यही मेन चीज, मेन बंधन साड़ा और अकाल पुरख परमात्मा दे विच च आई बना होया है। चाहे वो परिवार हो, चाहे वो प्रॉपर्टी हो, चाहे वो कोई भी चीज है दृष्टमान दे विच जो सारे दिमाग दे विच सुरत दे विच विचार बन के अंदर है, वो माया है। जो सानू असी सिमरन करने बैठदे और जो साड़ी कमजोरी है, काल दी एक
ਅਸੀਂ ਵਿਚਾਰ ਸਾਂਝੀ ਕਰਦੇ ਹਾਂ ਕਿ ਆਪਾਂ ਕਾਲ ਦੇ ਸਾਥ ਬਹੁਤ ਲੰਬਾ समय ਲਾ ਚੁੱਕੇ हैं, ਬਹੁਤ ਲੰਬਾ। ਸਾਡੀ ਹਰ ਇੱਕ ਕਮਜ਼ੋਰੀ ਦਾ, ਹਰ ਇੱਕ ਚੀਜ਼ ਦਾ ਉਹਨੂੰ ਗਿਆਨ ਹੋਊਗਾ ਕਿ ਇਹਨਾਂ ਦੀ ਕਮਜ਼ੋਰੀ ਕੀ ਹੈ, ਇਹਨਾਂ ਨੂੰ ਕਿਸ ਤਰੀਕੇ ਤੇ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਜਾਣੇ ਤੇ ਰੋਕਾ ਜਾ ਸਕਦਾ ਹੈ। ਹੁਣ ਜੈਸੇ ਹੀ ਸੁਰਤੀ ਸਿਮਰਨ ਕਰਨੇ, ਮਨ ਸਿਮਰਨ ਦੀ ਥਾਂ ਤੋਂ ਬੈਠਣੇ ਦੀ ਕੋਸ਼ਿਸ਼ ਕਰਦਾ ਹੈ, ਇਹ ਉਹੀ ਪੁਆਇੰਟ ਲੈ ਕੇ ਆਨੇ ਹੈ ਜੋ ਉਹਦੀ ਕਮਜ਼ੋਰੀ ਹੈ। ਤੇ ਫਿਰ ਸਾਡਾ ਕੁਐਸਚਨ ਬਣ ਜਾਂਦਾ, ਵਾਹਿਗੁਰੂ ਫਿਰ ਅਸੀਂ ਸਿਮਰਨ ਕੈਸੇ ਕरें। ਮਾਲਿਕ ਤੋਂ ਮਿਲਾਪ ਦਾ ਅਸੀਂ ਪਹਿਲੇ ਵੀ ਬਹੁਤ ਵਾਰ ਵਿਚਾਰ ਕਰ ਚੁੱਕੇ। ਮਾਲਿਕ ਤੋਂ ਮਿਲਾਪ ਦੀ ਇੱਕ ਹੀ ਚੀਜ਼ ਹੈ, वो है ਸਾਡੇ ਅੰਦਰ ਭਰੋਸਾ ਹੋਣਾ ਚਾਹੀਏ, ਭਰੋਸਾ ਕਿ ਅਕਾਲ ਪੁਰਖ ਪਰਮਾਤਮਾ ਦੇ ਬਗੈਰ ਦੁਨੀਆ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਕੁਛ ਨਹੀਂ ਹੋ ਸਕਦਾ ਤੇ ਸਾਡਾ ਕੁਛ ਨਹੀਂ ਕਰ ਸਕਦੇ। ਅਗਰ ਸਾਨੂੰ ਉਹਨਾਂ ਤੋਂ ਭੈ ਹੈ, ਉਹ ਸਾਨੂੰ ਦੇਣੇ ਹੀ ਭਿਆਨੇ ਹੈ। ਅਗਰ ਸਾਨੂੰ ਉਹਨਾਂ ਤੋਂ ਭੈ ਹੈ ਤੇ ਅਸੀਂ ਸਮਝੋ ਅਸੀਂ ਉਹਨਾਂ ਦੇ ਜਾਲ ਤੇ ਕभी ਬਾਹਰ ਨਹੀਂ ਨਿਕਲ ਸਕਦੇ, ਕभी ਵੀ, ਚਾਹੇ ਅਸੀਂ ਕਿੰਨਾ ਵੀ ਸਿਮਰਨ ਕਿਉਂ ਨਾ ਕਰਦੇ ਰਹੇ। ਸਿਮਰਨ ਕਰਨੇ ਦਾ ਮਤਲਬ ਹੁੰਦਾ ਹੈ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉਹ ਸਭ ਤੇ ਉੱਚਾ ਸਿਮਰਨ ਨੂੰ ਕਿਉਂ ਬਤਾਇਆ? ਉਹ ਕਹਿੰਦੇ ਇਸ ਲਈ ਉਹ ਸਭ ਤੇ ਉੱਚਾ ਸਿਮਰਨ ਨੂੰ ਬਤਾਇਆ ਕਿ ਤੁਸੀਂ ਇਹਨੂੰ ਪੰਜਾਂ ਦੇ ਸਾਥ ਸਿਮਰਨ ਦੇ ਰਾਹੀਂ ਯੁੱਧ ਕਰ ਸਕਦੇ ਹੋ, ਵਾਹਿਗੁਰੂ ਗੁਰਮੰਤਰ ਦੇ ਰਾਹੀਂ ਯੁੱਧ ਕਰ ਸਕਦੇ ਹੋ, ਔਰ ਤੁਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ। ਭਵ ਸਾਗਰ ਤੋਂ ਭਾਵ ਵਿਚਾਰਾਂ ਤੋਂ ਪਾਰ ਹੋ ਸਕਦੇ ਹੋ, ਜੋ ਬੰਧਨ ਪਏ ਹੋਏ ਹੈ ਉਹਨਾਂ ਤੋਂ ਮੁਕਤ ਹੋ ਸਕਦੇ ਹੋ, ਜੋ ਦੁੱਖ ਲਗੇ ਹੋਏ ਹੈ, ਜੋ ਹਉਮੈ ਦਾ ਰੋਗ ਲਗਾ ਹੋਇਆ ਹੈ, ਉਹਨੂੰ ਕੱਟ ਸਕਦੇ ਹੋ। ਲੇਕਿਨ ਉਹਦੇ ਲਈ ਉਹਨਾਂ ਨੇ ਸਿਰਫ ਇੱਕ ਹੀ ਚੀਜ਼ ਨੂੰ ਮੇਨ ਬਤਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਕਹਿੰਦੇ वो है ਗੁਰਮੰਤਰ, ਵਾਹਿਗੁਰੂ ਗੁਰਮੰਤਰ। जब ਵਾਹਿਗੁਰੂ ਗੁਰਮੰਤਰ ਕਰ ਕਰਕੇ ਤੁਸੀਂ ਇਹਨਾਂ ਤੋਂ ਆਪਣੀ ਫਤਿਹ ਹਾਸਿਲ ਕਰ ਲਓਗੇ, ਨਿਰਵਿਚਾਰ ਹੋ ਜਾਓਗੇ। ਫਤਿਹ ਦਾ ਮਤਲਬ ਹੈ ਕਿ ਨਿਰਵਿਚਾਰ ਹੋ ਜਾਓਗੇ, ਫੇਰ ਤੁਹਾਨੇ ਸਦਾ ਦੇ ਲਈ ਸੁਖੀ ਹੋ ਜਾਣਾ ਹੈ। ਲੇਕਿਨ ਅਗਰ ਸਾਨੂੰ ਡਾਊਟ ਹੀ ਕਲੀਅਰ ਨਹੀਂ ਹੁੰਦੇ, ਹੁਣੇ ਸਾਡਾ ਪੂर्ण ਮਨ ਹੀ ਨਹੀਂ ਮੰਨਣਾ, ਸਾਡੇ ਅੰਦਰ ਪਿਆਰ ਹੀ ਨਹੀਂ ਹੈਗਾ, ਵਿਰਾਗ ਹੀ ਨਹੀਂ ਹੈਗਾ, ਫਿਰ ਅਸੀਂ ਸੁੱਖ ਨਹੀਂ ਲੈ ਸਕਦੇ ਮਾਲਿਕ ਦੇ ਘਰ ਦਾ। ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਸੁੱਖ ਚੌਥੇ ਪਦ ਦੇ ਵਿੱਚ ਜਾ ਕੇ ਆਊਗਾ, ਨਾ ਕਿ ਤ੍ਰੈ ਗੁਣਾ ਦੇ ਵਿੱਚ। ਤ੍ਰੈ ਗੁਣਾ ਦੇ ਵਿੱਚ ਬਹਿ ਕੇ ਅਸੀਂ ਭਾਵੇਂ ਕਿੰਨੀ ਭਗਤੀ ਕਿਉਂ ਨਾ ਕਰੀ ਜਾਵੇਂ, ਭਗਤੀ ਤੋਂ ਭਾਵ ਹੈ ਕਿੰਨਾ ਹੀ ਸਿਮਰਨ ਕਿਉਂ ਨਾ ਕਰੀ ਜਾਵੇਂ, ਲੇਕਿਨ ਮਾਲਿਕ ਦੇ ਘਰ ਪ੍ਰਵਾਨ ਨਹੀਂ ਹੈਗਾ। ਅਸੀਂ ਸਾਡੀ ਇੱਕ ਭੂਲ ਹੋ ਜਾਂਦੀ ਹੈ ਆਪਾਂ ਸਾਰਿਆਂ ਦੀ, ਕਿਉਂਕਿ ਆਪਾਂ ਸਾਰੇ ਬੱਚੇ हैं कि ਅਸੀਂ ਰਜੋ ਤਮੋ ਸਤੋ, ਇਹ ਹਟ ਹੈ, और भी हटा है, लेकिन ਇਹਨਾਂ ਨੂੰ ਮੇਨ ਹਟਾ ਬਤਾਏਗਾ ਗੁਰਬਾਣੀ ਦੇ ਵਿੱਚ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਹਟਾ ਹੈ। ਇਹਨਾਂ ਤੋਂ ਸਾਡੀ ਸੁਰਤੀ ਇਤਨੀ ਰੱਜੀ ਹੋਈ ਹੈ ਕਿ ਮਾਲਿਕ ਦਾ ਨਾਮ ਲੈਣੇ ਵੀ ਅਨਾਦੇ ਕੋਲ ਹੀ ਪਹੁੰਚ ਜਾਂਦੀ ਹੈ। कि रजोगुण ਦੇ विचार चल रहे हैं और सिमरन भी चल रहा है, तमोगुण ਦੇ विचार आ रहे हैं, सिमरन भी चल रहा है, सतोगुण ਦੇ विचार आ रहे हैं पर सिमरन भी चल रहा है। ਉਹ ਗੁਰਬਾਣੀ ਗੁਰੂ ਸਾਨੂੰ ਕਹਿੰਦੀ ਕਿ ਤ੍ਰੈ ਗੁਣਾਂ ਦੇ ਵਿੱਚ ਤਿੰਨਾਂ ਹਟਾਂ ਤੋਂ ਨਾਮ ਰੱਖਾ ਹੀ ਹੋਇਆ ਨਹੀਂ ਹੈਗਾ, ਨਾਮ ਚੌਥੇ ਪਦ ਦੇ ਵਿੱਚ ਹੈ। ਸੁਰਤੀ ਨੂੰ ਚੌਥੇ ਪਦ ਦੇ ਵਿੱਚ ਪ੍ਰਵੇਸ਼ ਹੋਣਾ ਪੜੂਗਾ, ਤਾਂ ਨਾਮ ਦੀ ਦਾਤ ਝੋਲੀ ਦੇ ਵਿੱਚ ਆਊਗੀ। ਭਾਵੇਂ ਥੱਲੇ ਬੈਠ ਕੇ ਕਿੰਨੀ ਵੀ ਭਗਤੀ ਆਪ ਕਰੀ ਜਾਵੇਂ, ਆਪਾਂ ਨੂੰ ਨਾਮ ਨਹੀਂ ਮਿਲਣਾ। ਇੱਕ ਗੁਰਮੁਖਾਂ ਦੀ ਸਾਡੀ ਵਿਚਾਰ ਸੁਣੀ ਸਨ, मैंने बोला कि सिमरन करी जाओ ਭਾਵੇਂ ਨਾਮ ਪ੍ਰਗਟ ਨਾ ਹੋਵੇ, ਪਾਰ ਉਤਾਰਾ ਹੋ ਜਾਊਗਾ। ਇਹ ਭੂਲ ਦੇ ਵਿੱਚ ਆਪਾਂ ਕਿਸੇ ਨੇ ਨਹੀਂ ਰਹਿਣਾ, ਨਾਮ ਦੇ ਬਗੈਰ ਨਾ ਜਲੋ ਕੋਈ ਤਰਾ ਨਾ ਤਰ ਸਕਦਾ ਕभी भी, असंभव चीज है। क्योंकि जो साड़ा असली पहचान है वो ਅਸੀਂ ਨਾਮ ਹੀ ਤਾਂ ਹੈ, ਅਸੀਂ ਖੁਦ ਜੋ ਸਾਡਾ ਸਰੂਪ ਹੈ, ਜੋ ਸਾਡਾ ਮਨ ਹੈ, ਉਹਦਾ ਜੋ ਅਸਲੀ ਰੂਪ ਹੈ ਉਹ ਹੈ ਨਾਮ। ਜਿਵੇਂ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ, ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਹੁਣ ਆਪਾਂ ਦੇਖ ਸਕਦੇ ਆਪਾਂ ਤਿੰਨ ਅਵਸਥਾਵਾਂ ਦੇ ਵਿੱਚ ਹੈ, ਦੋ ਦਾ ਤਾਂ ਆਪਾਂ ਨੂੰ ਗਿਆਨ ਹੈ, ਲੇਕਿਨ ਤੀਜੀ ਦਾ ਗਿਆਨ ਨਹੀਂ ਹੈਗਾ, ਜਿਨ੍ਹਾਂ ਦਾ ਪ੍ਰੈਕਟੀਕਲ ਨਹੀਂ ਹੋਇਆ। ਇੱਕ ਤਾਂ ਜੋ ਦ੍ਰਿਸ਼ਟਮਾਨ ਸਰੀਰ ਦਿਖਾਈ ਦਿੰਦਾ, ਜਿਹਦੇ ਰਾਹੀਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ। ਦੂਜਾ ਜਿਹਨੂੰ ਕਿ ਆਪਾਂ ਸਪਨਾ ਕਹਿ ਦਿੰਦੇ ਹਾਂ, ਉਹ ਸੁਖਮ ਹੈ।
और तीजे ਦਾ ਆਪਾਂ ਨੂੰ ਗਿਆਨ ਨਹੀਂ ਹੈਗਾ ਉਸ ਤੋਂ ਅੱਗੇ ਕੀ ਹੈ। वो है जो साड़ा मन है ਉਹਦਾ असली रूप नाम। जब खोजदे खोजदे सुरती उस ਥਾਂ ਤੋਂ ਜਾਊਗੀ तो ਉਹਨੂੰ ਗੁਰਬਾਣੀ ਦੇ ਵਿੱਚ ਦਿਆ ਹੈ ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ, ਕਿ ਮਾਲਿਕ ਦੇ ਵਿੱਚ ਤੇ ਮਾਲਿਕ ਦੇ ਹਰ ਜਨ ਜਿਹਨੂੰ ਮਾਲਿਕ ਦਾ ਬੱਚਾ ਬੋਲਿਆ ਗਿਆ, ਜੋ ਪਾਰ ਬ੍ਰਹਮ ਦਾ ਸੰਗੀ ਹੋ ਗਿਆ, ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। क्यों? क्योंकि जो उन्होंने बाहरी जो कपड़े पहनाए गए थे वो उन्हें उतार दिए, एक दृष्टमान का कपड़ा, एक सुखम का कपड़ा। जब वो दोनों कपड़े उतार दिए, जिस अवस्था दे विच मालिक दे घर ते आया था वो तब प्रकाश रूप आया है, मालिक भी प्रकाश रूप है, एक ही हो गया ना। गुरबाणी दे विच सानू सोझी दी है। तो इस करके साने बैक वापस जो मुड़ना है वो वाहिगुरु गुरमंत्र दे राही वापस मुड़ना है। ਭਾਵੇਂ ਆਪਾਂ ਬੋਡੀ ਦੇ ਵਿੱਚ ਬਹਿ ਕੇ ਕਿੰਨਾ ਵੀ ਸਿਮਰਨ ਕਿਉਂ ਨਾ ਆਪਾਂ ਕਰੀ ਜਾਵੇਂ, ਆਲ ਵਰਡ ਦੇ ਲਈ ਹੈ ਆ ਕਿ ਕੋਈ ਵੀ, ਭਾਵੇਂ ਮੈਂ, ਕੋਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਝੀ ਦੇ ਨੇ ਕੋਈ ਵੀ ਕਿਉਂ ਨਾ ਸਿਮਰਨ ਕਰੀ ਜਾਵੇ, ਉਹਨੂੰ ਨਾ ਕभी ਸਹਿਜ ਮਿਲਣਾ, ਨਾ ਉਹਨੂੰ ਕभी ਅੰਮ੍ਰਿਤ ਰਸ ਮਿਲਣਾ, ਨਾ ਹੀ ਉਹਨੂੰ ਕभी ਨਾਮ ਮਿਲਣਾ। वो कहने वाहिगुरु गुरमंत्र तेरी नाभि तो लेके और तेरी नक दे पासे जो पौड़ प्रवेश कर दिए उत्थे तक दे दायरे ਨੂੰ ਭਵਸਾਗਰ ਬੋਲਿਆ ਗਿਆ, ਜਿਹਦੇ ਵਿੱਚ ਵਿਚਾਰ ਵਿਚਰਣ ਕਰਦੇ ਹੈ। ਉਸ ਭਵਸਾਗਰ ਨੂੰ ਪਾਰ ਕਰਨ ਲਈ ਤੈਨੂੰ ਜਹਾਜ਼ ਦਿਆ ਹੈ। ਜੇ ਤੇਰੀ ਸੁਰਤੀ ਉਸ ਜਹਾਜ਼ 'ਚ ਬੈਠਦੀ ਨਹੀਂ ਤੇ ਤੂੰ ਕभी ਉਸ ਚੌਥੇ ਪੱਦੀ ਥਾਂ ਤੋਂ ਨਹੀਂ ਜਾ ਕੇ ਬਹਿ ਸਕਦਾ, ਜਿਹਨੂੰ ਆਪਾਂ ਥਿਰ ਘਰ ਕਹਿੰਦੇ, ਨਿਜ ਘਰ ਕਹਿੰਦੇ। ਉੱਥੇ ਜਾ ਕੇ ਤੂੰ ਕभी ਅੰਮ੍ਰਿਤ ਰਸ ਨਹੀਂ ਪੀ ਸਕਦਾ। ਹੁਣ ਜਿਨ ਗੁਰਮੁਖਾਂ ਨੂੰ ਨਾਮ ਸੁਣਦਾ ਹੈ ਲੇਕਿਨ ਅੰਮ੍ਰਿਤ ਰਸ ਨਹੀਂ ਆਉਂਦਾ, ਉਹਨਾਂ ਦੀ ਕੀ ਪ੍ਰੋਬਲਮ, ਉਹਨਾਂ ਨੂੰ ਕਿੱਥੇ ਮਿਸਟੇਕ ਹੋ ਰਹੀ ਹੈ ਕਿ ਨਾਮ ਤਾਂ ਸੁਣਦਾ ਹੈ ਲੇਕਿਨ ਅੰਮ੍ਰਿਤ ਰਸ ਨਹੀਂ ਆਉਂਦਾ। ਨਾਮ ਵੀ ਮਾਲਿਕ ਦੇ ਘਰ ਦੀ ਅਨਮੋਲ ਦਾਤ ਹੈ, ਅਨਮੋਲ। और नाम दे साथ साथ गुरबाणी गुरु ने सानू सोझी दे दी अमृत दी भी वर्खा हो रही है। लेकिन अगर असी नाम तक जा रहे हैं, साड़ी सुरती नाम ਨੂੰ सुन रही है, तो फिर अमृत रस क्यों नहीं पी रही? दोनों चीजा कट्ठिया रखिया हुई हैं, एक ही थां तो दोनों चीजा है, लेकिन नाम ਨੂੰ सुन रही है पर अमृत रस नहीं पी रही। आप कितने मिस्टेक हो रही है साड़ी। वो प्रैक्टिकल दे राही सोझी देने हैं कि ਆਪਾਂ ਕਿਸੇ ਦੇ ਘਰ ਜਾएंगे, ਇੱਕ ਸਾਊਂਡ ਹੈ ਉਹ ਆਪਾਂ ਨੂੰ ਸੁਣਾਈ ਦੇ ਰਿਹਾ, ਕਿਸੇ ਦੇ ਘਰ ਤੇ ਆ ਰਹੀ ਹੈ ਆਵਾਜ਼, ਉਹਦੇ ਨਜ਼ਦੀਕ ਆਪਾਂ ਜਾਂਦੇ ਹਾਂ, ਉਹਦੇ ਨਜ਼ਦੀਕ ਜਾਂਦੇ 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 ਜਬ ਆਪਾਂ ਉਸਦੇ ਘਰ ਦੇ द्वार ਤੇ ਜਾਂਦੇ ਤਾਂ ਉਹ ਆਵਾਜ਼ ਸਾਡੇ ਕੰਨਾਂ ਦੇ ਵਿੱਚ ਆ ਜਾਂਦੀ ਹੈ। ਕਾਫੀ ਅਗਰ ਤੇਜ਼ ਸਾਊਂਡ ਹੋ ਤਾਂ ਦੂਰ ਤੇ ਵੀ ਸੁਣਨੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਅਗਰ ਆਪਾਂ ਉਹਦੇ ਘਰ ਦੇ ਵਿੱਚ ਜਾ ਕੇ ਬੈਠ ਜਾਵੇਂ, ਉਸ ਥਾਂ ਤੋਂ ਜਾ ਕੇ ਬੈਠ ਜਾਵੇਂ, तो आवाज ਆਪਾਂ ਨੂੰ ਬਿਲਕੁਲ ਕਲੀਅਰ ਸੁਣਨੀ ਸ਼ੁਰੂ ਹੋ ਜਾਊਗੀ ਕਿ ਹਾਂ ਵੀ ਉਹਦੇ ਕੋਈ ਸਾਊਂਡ ਲਗਾ ਲਓ, ਜਿਵੇਂ ਉਦਾਹਰਣ ਦੇ ਰਹੇ ਹਾਂ ਕਿ ਉੱਥੇ ਤੇ ਆਵਾਜ਼ ਆ ਰਹੀ ਹੈ, ਮੇਨ ਜਿੱਥੇ ਤੇ ਆਵਾਜ਼ ਆ ਰਹੀ ਹੈ ਆਪਾਂ ਉੱਥੇ ਬਹਿ ਗਏ ਜਾ ਕੇ, ਤੇ ਬਾਕੀ ਦੀ ਜੋ ਹੋਰ ਚੀਜ਼ਾਂ ਹੈ ਉਹਨਾਂ ਦੀ ਵੀ ਸਾਨੂੰ ਸੋਝੀ ਆ ਜਾਊਗੀ। और भी केवल आवाज के साथ साथ घर ਦੇ ਵਿੱਚ ਕੌਣ ਹੈ, ਕੌਣ ਉਹਨੂੰ ਮਿਊਜ਼ਿਕ ਨੂੰ ਚਲਾ ਰਿਹਾ ਹੈ, ਕਿੱਥੇ ਤੇ ਆਵਾਜ਼ ਆ ਰਹੀ ਹੈ, ਕਿੱਥੇ ਤੇ ਸਾਊਂਡ ਨਿਕਲ ਰਿਹਾ ਹੈ, लेकिन मेन चीज की है ਉੱਥੇ जाना और ਉੱਥੇ बहना। लेकिन जो सानू नाम सुनता है या आवाज कोई इतनी स्लो आवाज नहीं है कि जिन्नी ਆਪਾਂ ਨੂੰ ਆਪਣੇ ਕੰਨਾਂ ਦੇ ਵਿੱਚ ਆਂਦੀ ਹੈ, ਬਸ ਇਸ ਟਾਈਪ ਤੋਂ ਕੁਝ ਜਿਵੇਂ ਜਿਸ ਟਾਈਪ ਦੀ ਵੀ ਆਵਾਜ਼ ਗੁਰਮੁਖਾਂ ਨੂੰ ਅਲੱਗ-ਅਲੱਗ ਤਰੀਕੇ ਦੀ ਸੁਣਦੀ ਹੈ, ਉਹ ਆਵਾਜ਼ इतनी स्लो नहीं हैगी, बहुत घमासान आवाज है। लेकिन जैसे जैसे साड़ी सुरती ਉਹਦਾ संग करदी जाऊगी, उस तो प्रेम करदी जाऊगी, जब साड़ी सुरती ਉਹਦੇ ਵਿੱਚ अपना आपा गवा दूगी, मन ਨੂੰ मना दूगी। त्रह लोका में शब्द रविया है, आप गया मन मानिया। जब उस तो अपने मन ਨੂੰ मना दूगी तो ਉਹਦੇ साथ अमृत ਦੀ भी वर्खा हो रही है। फिर ऐदा मन जो मन है साड़ा, जो जन्म जन्मा तो भुक्का है, ਜਿਹਦੀ ਖੁਰਾਕ ਇਹ ਪੰਜ ਲਈ ਜਾਂਦੇ हैं, ਉਹ ਇਹਦੇ ਮੁਖ ਦੇ ਵਿੱਚ ਪਾਈ ਜਾਊਗੀ। ਸੁਣਨ ਦਾ ਖੇਲ ਹੈ, ਦ੍ਰਿਸ਼ਟਮਾਨ ਦੀ ਬਾਤ ਆਪਾਂ ਨਹੀਂ ਕਰਦੇ। ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ, ਜਿਵੇਂ ਆਪਣਾ ਅੰਮ੍ਰਿਤ ਰਸ ਹੁਣ ਵੀ ਲੁੱਟਾ ਜਾ ਰਿਹਾ ਹੈ ਤਾਂ ਇਹਦਾ ਮਤਲਬ ਕਿ ਆਪਣਾ ਖੇੜਾ ਪੰਜਾ ਤੋਂ ਛੁੜਾ ਨਹੀਂ ਹੋਇਆ।
यानी इस देही में पंच चोर बसै, काम क्रोध लोभ मोह अहंकारा, अमृत लूटै मनमुख नहीं पूछे, कोई न सुने पुकारा। ਜੇ ਅਗਰ ਸਾਨੂੰ ਗੁਰਬਾਣੀ ਗੁਰੂ ਨੇ ਸਾਨੂੰ ਸੋਝੀ ਦੇ ਦੀ ਕਿ ਅੰਮ੍ਰਿਤ ਰਸ ਨੂੰ ਕੌਣ ਲੂਟ ਰਹੇ ਹੈ, ਇਹ ਪੰਜ ਲੂਟ ਰਹੇ। ਹੁਣ ਸਾਨੂੰ ਅੰਮ੍ਰਿਤ ਰਸ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਕਿ ਅਸੀਂ ਜਦ ਸੰਸਾਰ ਦੇ ਵਿੱਚ ਬੋਡੀ ਦੇ ਵਿੱਚ ਆਉਂਦੇ ਹਾਂ ਤੇ ਆਪਾਂ ਇਹਦਾ ਮਤਲਬ ਪੰਜਾਂ ਦਾ ਸੰਗ ਹੁਣੇ ਵੀ ਕਰ ਰਹੇ ਹਾਂ। ਇਸ ਕਿਉਂਕਿ ਗੁਰਬਾਣੀ ਗੁਰੂ ਸੋਝੀ ਦੇ ਰਹੇ ਹੈ ਕਿ ਇਹਨੂੰ ਪੰਜਾਂ ਦੀ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ, ਇਹੀ ਪੰਜ ਬ੍ਰਹਮ ਦੇ ਵਿੱਚ ਡਾਲ ਕੇ ਸਾਰਾ ਅੰਮ੍ਰਿਤ ਰਸ ਲਈ ਜਾਂਦੇ ਹਨ। ਤੇ ਜੇ ਅਗਰ ਸਾਨੂੰ ਅੰਮ੍ਰਿਤ ਰਸ ਨਹੀਂ ਆ ਰਿਹਾ ਤੇ ਇਹਦਾ ਮਤਲਬ ਸੁਖਮ ਦੇ ਵਿੱਚ ਦ੍ਰਿਸ਼ਟਮਾਨ ਦੇ ਵਿੱਚ ਨਾ ਅਸੀਂ ਇਹਨਾਂ ਦੇ ਸੰਪਰਕ ਵਿੱਚ ਹੋਵੇਂ, ਲੇਕਿਨ ਸੁਖਮ ਦੇ ਵਿੱਚ ਇਹਨਾਂ ਦੇ ਸੰਪਰਕ ਚ ਆਪਣੀ ਸੁਰਤੀ ਹੁਣੇ ਵੀ ਹੈਗੀ ਵਿਚਾਰਾਂ ਦੇ ਰਾਹੀਂ। ਇਸ ਕਰਕੇ ਹੀ ਇਹ ਪੰਜ ਸੁਖਮ ਦੇ ਵਿੱਚ ਸਾਡੀ ਅੰਮ੍ਰਿਤ ਦੀ ਦਾਤ ਨੂੰ ਲਈ ਜਾ ਰਹੇ। ਜੋ ਖਜ਼ਾਨਾ ਸਾਨੂੰ ਮਿਲ ਰਿਹਾ ਹੈ ਉਹਨੂੰ ਵਿੱਚ ਤੇ ਇਹ ਲੈ ਰਹੇ ਹੈ, ਇਹਦਾ ਮਤਲਬ ਤभी ਤਾਂ ਲੈਂਗੇ जब ਆਪਾਂ ਇਹਨਾਂ ਦਾ ਸੰਗ ਕਰ ਰਹੇ। और बाकी पूरी जो विचार है वो गुरबाणी गुरु ने क्लियर कर दी कि एन पंजा की ड्यूटी ही लगी हुई है अमृत रस ਨੂੰ लूटने की। बाकी तो कोई प्रॉब्लम नहीं है कि पिछे से कोई होर ले जाऊगा। पहले तो ये लेंदे चले आ रहे हैं ते हुणे सुखम दे विच साड़ा संपर्क ਇਹਨਾਂ ਦੇ ਨਾਲ ਟੁੱਟਾ नहीं। किसी ना किसी समय ते आके ਆਪਾਂ ਇਹਨਾਂ ਦਾ ਸੰਗ ਕਰ ਜਾਂਦੇ हैं, जिस करके कि है उस अमृत ਨੂੰ लूटने च कामयाब हो जाते हैं। ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੋਝੀ ਦੇ ਨੇ ਕਿ ਤੁਸੀਂ ਹੋਰ ਜ਼ਿਆਦਾ ਸਤਰਕ ਹੋ ਜਾਓ ਇਹਨੂੰ ਪੰਜਾਂ ਤੋਂ। ਦ੍ਰਿਸ਼ਟਮਾਨ ਦੇ ਵਿੱਚ ਤਾਂ ਸਤਰਕ ਹੋ ਹੀ ਜਾਓ, ਸੁਖਮ ਦੇ ਵਿੱਚ ਵੀ ਸਤਰਕ ਹੋ ਜਾਓ। ਸੁਖਮ ਦੇ ਵਿੱਚ ਭਾਵੇਂ ਆਪਾਂ ਨੂੰ ਵਿਚਾਰ ਆਈ ਜਾ ਰਹੇ, ਵਿਚਾਰ ਆਈ ਜਾ ਰਹੇ, ਵਿਚਾਰ ਆਈ ਜਾ ਰਹੇ, ਉਹ ਕਹਿੰਦੇ ਕਿ ਇਹਦਾ ਮਤਲਬ ਕਿ ਹੁਣੇ ਗੁਰਮੰਤਰ ਨੂੰ ਪ੍ਰਪੱਕ ਕਰਨ ਦੀ ਹੋਰ ਲੋੜ ਹੈਗੀ। ਜੋ ਸੁਖਮ ਦੇ ਵਿੱਚ ਜੋ ਫੁਰਨੇ ਆਨੇ ਹੈ, ਜੋ ਇੱਕ ਤਾਂ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਕਿਸੇ ਤੋਂ ਮਿਲੇ, ਜੋ ਦੇਖ ਕੇ ਪ੍ਰੋਬਲਮ ਹੁੰਦੀ ਆ ਆਪਾਂ ਨੂੰ, ਆਕਾਰ ਨੂੰ ਦੇਖਾ ਤੁਰੰਤ ਵਿਚਾਰ ਬਣ ਗਿਆ, ਵਾਸਨਾ ਦਾ ਵਿਚਾਰ, ਕਾਮ ਜਿਹਨੂੰ ਬੋਲਾ ਗਿਆ ਹੈ। ਔਰ ਕਿਸੇ ਨੇ ਸਾਨੂੰ ਫਿੱਕਾ ਬੋਲਦਾ ਦ੍ਰਿਸ਼ਟਮਾਨ ਦੇ ਵਿੱਚ, ਫਟਾਫਟ ਉਹ ਬਣ ਗਿਆ। ਇੱਕ ਤਾਂ ਬਾਹਰੀ ਸੜ ਪੇ ਬਾਹਰ ਹੁੰਦਾ ਹੈ, ਇੱਕ ਅੰਦਰ ਦਾ ਵੀ ਹੁੰਦਾ ਹੈ। ਜਿਵੇਂ ਸਾਨੂੰ ਕਿਸੇ ਨੇ ਕੁਝ ਬੋਲਾ ਨਹੀਂ ਲੇਕਿਨ ਫਿਰ ਵੀ ਸਾਨੇ ਆਪਣੇ ਦਿਮਾਗ ਤੋਂ ਉਹਦੇ ਪ੍ਰਤੀ ਕੁਛ ਨਾ ਕੁਛ ਆਪਣੇ ਦਿਮਾਗ 'ਚ ਬਣਾ ਲਿਆ। ਐਵੇਂ ਕਿਸੇ ਦੀ ਬਾਤ ਨੂੰ, ਗੱਲਬਾਤ ਨੂੰ ਸੁਣ ਕੇ ਉਸ ਪਰ ਗੁੱਸਾ ਕਰੀ ਜਾਣਾ, ਕ੍ਰੋਧ ਕਰੀ ਜਾਣਾ, ਇਹਦਾ ਮਤਲਬ ਕਿ ਅਸੀਂ ਹੁਣੇ ਉਹਨਾਂ ਦੇ ਸੰਪਰਕ 'ਚ ਆ ਜਾਂਦੇ ਹਾਂ। ਇਸ ਕਰਕੇ ਹੀ ਸਾਡੀ ਰਸਨਾ ਤੋਂ ਅੰਮ੍ਰਿਤ ਦੀ ਦਾਤ ਨਹੀਂ ਵਰਤੀ ਜਾ ਰਹੀ। ਤੇ ਗੁਰਬਾਣੀ ਗੁਰੂ ਸੋਝੀ ਸਾਨੂੰ ਦੇ ਰਹੇ ਕਿ ਅਨ ਪੰਜਾਂ ਤੋਂ ਆਪਣਾ ਖੇੜਾ ਛੁਡਾਓ। ਦ੍ਰਿਸ਼ਟਮਾਨ ਦੇ ਵਿੱਚ ਤਾਂ ਤੁਸੀਂ ਇਹਨਾਂ ਤੋਂ ਪਰਹੇਜ਼ ਕਰੋ, ਲੇਕਿਨ ਸੁਖਮ ਦੇ ਵਿੱਚ ਵੀ ਜਿਵੇਂ ਕਿ ਗੁਰਬਾਣੀ ਗੁਰੂ ਕਹਿੰਦੇ ਵੀ ਬਹੁਤ ਬਾਰੀਕ ਰਸਤਾ ਹੈ, ਕਿੰਨਿਓ ਤਿੱਖੀ ਬਾਲੋ ਨਿੱਕੀ ਇਤ ਮਾਰ ਲੱਗ ਜਾਣਾ। ਵਿਰਲੇ ਵਿਰਲੇ ਹੀ ਇਸ ਖੇਲ ਨੂੰ ਸਮਝेंगे, ਵਿਰਲੇ ਵਿਰਲੇ ਜਾਏਗੇ। तो ਇਹਨਾਂ ਤੋਂ ਸਾਨੇ ਸੁਖਮ ਦੇ ਵਿੱਚ ਆਪਣੀ ਸੁਰਤੀ ਨੂੰ ਹਟਾਣਾ ਹੈ, ਤਾਂ ਸਾਨੂੰ ਉਹ ਅੰਮ੍ਰਿਤ ਦੀ ਦਾਤ ਮਿਲੂਗੀ। ਜਿੰਨਾ ਜ਼ਿਆਦਾ ਅਸੀਂ ਗੁਰਮੰਤਰ ਨੂੰ ਪ੍ਰਪੱਖ ਕਰ ਕਰਕੇ ਉਹ ਜਰਨ ਸ਼ਕਤੀ ਪੈਦਾ ਕਰ ਲੈਂਗੇ, ਉਸ ਤੋਂ ਬਾਅਦ ਨਾਮ ਨੂੰ ਸੁਣ ਸੁਣ ਕੇ ਨਾਮ ਤੋਂ ਸਾਡੀ ਸੁਰਤੀ ਰੱਜ ਜਾਊਗੀ, ਸਾਡਾ ਭਰੋਸਾ ਨਾਮ ਤੋਂ ਬਣ ਜਾਊਗਾ। अगर हुने सानू यही नहीं महसूस होता कि गुरमुखा ने बता दिया ये नाम है, लेकिन एनू किवें मन ले मेरा नाम है, तो ਇਹਦਾ मतलब कि शंका हुने दूर नहीं होगी। वाहिगुरु खजाना साड़ियां अपनी आप ਦੀਆਂ ਸੁਰਤੀਆਂ ਤੋਂ ਖੁੱਲਣਾ ਹੈ। ਗੁਰਮੁਖਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਸੋਝੀ ਦੇ ਦੇਣੀ ਹੈ, ਜਿਵੇਂ ਉਹਨਾਂ ਦਾ ਨਿੱਜੀ ਪ੍ਰੈਕਟੀਕਲ ਹੋਇਆ ਉਹਨਾਂ ਨੇ ਅੱਗੇ ਵਰਤਾ ਦੇਣਾ ਹੈ, ਖੋਲ ਦੇਣਾ ਜੀ ਇਸ ਚੀਜ਼ ਤੋਂ ਮਨ ਬਣਾ ਲਓ। ਤੇ ਸਾਡਾ ਆਪ ਦਾ ਕੰਮ ਹੁੰਦਾ ਕਿ ਸਾਨੂੰ ਉਸ ਤੋਂ ਮਨ ਨੂੰ ਬਣਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਸਮਝ ਕੇ, ਅਕਾਲ ਪੁਰਖ ਦਾ ਹੁਕਮ ਸਮਝ ਕੇ ਮਨ ਨੂੰ ਮਨਾਣਾ ਹੈ। ਅਗਲਾ ਖਜ਼ਾਨਾ ਤਾਂ ਖੁੱਲੂਗਾ। ਜਬ ਤੱਕ ਮਨ ਨਹੀਂ ਮੰਨਦਾ ਨਾ, ਸੰਕੇ ਆਏ ਜਾਣੇ ਭੈ। ਇੱਕ ਚੀਜ਼ ਹੋਰ ਹੈ, ਗੁਰਮੁਖਾਂ ਦਾ ਵਿਚਾਰ ਕभी कभी ਬਣ ਜਾਂਦਾ ਹੈ, ਜਿਵੇਂ ਆਪਾਂ ਸਾਰੇ ਹੀ ਪਰਿਵਾਰ ਦੇ ਵਿੱਚ ਜਿੰਨੇ ਬੈਠੇ ਹੈ, ਕਿ ਪਤਾ ਨਹੀਂ ਸਾਡਾ ਲਾਸਟ ਟਾਈਮ ਕਿਹੋ ਜਿਹਾ ਆਊਗਾ, ਪਤਾ ਨਹੀਂ ਅਸੀਂ कैसे जाएंगे, ਅਸੀਂ ਨਾਮ ਨੂੰ ਸੁਣ ਵੀ ਪਾएंगे या नहीं सुन पाने दे, या फिर इस टाइप तो है ना। वाहिगुरु विचार ਨੂੰ ਖੋਲੋ ਕਿ ਜੋ ਚੀਜ਼ ਹਿਰਦੇ 'ਚ ਬਸ ਗਈ, ਜਿਸ ਚੀਜ਼ ਤੋਂ ਤੁਹਾਨੂੰ ਪ੍ਰੇਮ ਕਰ ਲਿਆ, ਉਹਨੂੰ ਤੁਹਾਨੂੰ ਸੁਣਨ ਦੀ ਜ਼ਰੂਰਤ ਥੋੜੀ ਪੜੂਗੀ, ਉਹਨੂੰ ਸੁਣਨ ਦੀ ਜ਼ਰੂਰਤ ਨਹੀਂ ਪੜੇਗੀ। ਜੋ ਤੁਹਾਡੇ ਹਿਰਦੇ 'ਚ ਚੀਜ਼ ਬਸ ਗਈ ਉਹਨੂੰ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਪੜੂਗੀ ਨਹੀਂ, ਤਾਂ ਬਸ ਗਈ ਨਾ, ਤਾਂ ਤੁਸੀਂ ਤਾਂ ਉਹਦੇ ਬੰਧਨ 'ਚ ਬੰਧ ਗਏ।
ਉਹ ਤੁਹਾਨੂੰ ਆਪਣੇ ਆਪ ਆਪਣੀ ਤਰਫ ਖਿੱਚ ਲਊਗੀ। ਜਿਵੇਂ ਕਿ ਅਗਰ ਆਪਣੇ ਆਪ ਨੂੰ ਦ੍ਰਿਸ਼ਟਮਾਨ ਦੇ ਵਿੱਚ ਕਿਸੇ ਦੇ ਨਾਲ, ਕਿਸੇ ਵੀ ਬੱਚਾ ਤੋਂ ਲਗਾ ਲਓ, ਕਿਸੇ ਵੀ ਰਿਸ਼ਤੇ ਦੇ ਵਿੱਚ ਅਗਰ ਪ੍ਰੇਮ ਹੈ ਤੇ ਵਾਹਿਗੁਰੂ ਉਹ ਅਗਲੀ ਜਿਸ ਚੀਜ਼ ਤੋਂ ਸਾਨੂੰ ਪ੍ਰੇਮ ਹੈ ਉਹ ਆਪਣੇ ਆਪ ਸਾਨੂੰ ਆਪਣੀ ਤਰਫ ਖਿੱਚਦੀ ਹੈ। ਅਸੀਂ ਉਹਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਕਰਨੀ ਪੜਦੀ। ਤੋ ਸਾਨੇ ਗੁਰਮੰਤਰ ਦੇ ਰਾਹੀਂ ਮਾਲਿਕ ਦੇ ਚੇਤਾ ਜੋ ਸਾਨੂੰ ਵਿਸਰ ਗਿਆ ਉਹਨੂੰ ਪਰਫੈਕਟ ਤਰੀਕੇ ਦੇ ਅੰਦਰ ਵਸਾਣਾ ਹੈ। ਜਿਸ ਦਿਨ ਅਸੀਂ ਉਹਨੂੰ ਵਸਾਣੇ ਚ, ਉਸ ਪ੍ਰੇਮ ਨੂੰ ਕਰਨੇ ਚ ਕਾਮਯਾਬ ਹੋ ਗਏ, ਫਿਰ ਸਾਨੇ ਮਰਨੇ ਦੀ ਫਿਕਰ ਨਹੀਂ ਕਰਨੀ, ਨਾਮ ਨੂੰ ਸੁਣਨ ਦੀ ਫਿਕਰ ਨਹੀਂ ਕਰਨੀ। ਜਿਸ ਦਿਨ ਪ੍ਰੇਮ ਹੋ ਗਿਆ, ਮਨ ਮੰਨ ਗਿਆ, ਉਹ ਫਿਰ ਸ਼ਬਦ ਗੁਰੂ ਦੀ ਡਿਊਟੀ ਹੈ, ਥੋੜੀ ਸੁਰਤੀ ਨੂੰ ਆਪ ਸਮਾ ਕੇ ਆਪਣੇ ਵਿੱਚ ਲੈ ਜਾਓ, ਪਰਮਾਤਮਾ ਦੇ ਸਨਮੁਖ ਕਰ ਦਿਓ। ਲੇਕਿਨ ਸਾਨੂੰ ਸੰਕੇ ਨਹੀਂ ਹੋਣੇ ਚਾਹੀਏ। ਸਾਡੇ ਮਨ ਦੇ ਵਿੱਚ ਜੋ ਹੈ ਛੋਟੇ ਛੋਟੇ ਨਿੱਕੇ ਨਿੱਕੇ ਅਸੀਂ ਵਿਚਾਰ ਬਿਲਕੁਲ ਖੋਲ ਕੇ ਕਰ ਰਹੇ ਹਾਂ ਕਿ ਨਿੱਕੇ ਨਿੱਕੇ ਵਿਚਾਰ ਜੋ ਆਨੇ ਨਾ ਛੋਟੇ ਛੋਟੇ, ਵਾਹਿਗੁਰੂ ਸਾਨੂੰ ਨਾਮ ਤਾਂ ਸੁਣਦਾ ਲੇਕਿਨ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਇਹ ਨਾਮ ਹੈ। तो फील क्यों नहीं ਹੁੰਦਾ? ਫੀਲ ਇਸ ਲਈ ਨਹੀਂ ਹੁੰਦਾ ਕਿ ਸਾਨੂੰ ਮਾਲਿਕ ਤੋਂ ਪ੍ਰੇਮ ਨਹੀਂ ਹੈਗਾ। ਅਸੀਂ ਮਾਲਿਕ ਨੂੰ ਪ੍ਰੇਮ ਕਰਨ ਦੇ ਲਈ ਟਾਈਮ ਨਹੀਂ ਲਾਇਆ ਉਹਦੇ। ਆਪਾਂ ਨੇ ਸਮੇਂ ਦੇਣਾ ਹੈ, ਅਕਥ ਦੀ ਕਥਾ ਨੂੰ ਸਮੇਂ ਦੇਣਾ ਹੈ, ਗੁਰਬਾਣੀ ਨੂੰ ਸੁਣਨਾ ਹੈ, ਆਪਣੀ ਅਵਸਥਾ ਦੇ ਸ਼ਬਦ ਲਾ ਕੇ ਸੁਣੋ। ਵਾਹਿਗੁਰੂ ਗੁਰਮੰਤਰ ਸਭ ਤੋਂ ਮੇਨ ਹੈ। ਵਾਹਿਗੁਰੂ ਗੁਰਮੰਤਰ ਨੂੰ ਉੱਚਾ ਦ੍ਰਿੜਾਣਾ ਸ਼ੁਰੂ ਦੇ ਵਿੱਚ। ਜਿੰਨਾ ਆਪਾਂ ਉਹਨੂੰ ਦ੍ਰਿੜਾएंगे जो सारे विच सुखम तो सुखम फुरने पए हुए हैं वो डेड होने शुरू हो जाएंगे और आपा दा जो मन है वो निर्मल होना शुरू हो जाएगा। ਉਹ ਵਾਹਿਗੁਰੂ ਗੁਰਮੰਤਰ ਨੂੰ ਕਰਦੇ 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 ਇਹੋ ਜਿਹੀ ਅਵਸਥਾ ਦੇ ਵਿੱਚ ਚਲਾ ਜਾਊਗਾ ਕਿ ਵਿਚਾਰ ਰਹਿਤ ਹੋ ਜਾਊਗਾ। और जब विचार रहित हो जाएगा, विचार रहित होने तक ही नहीं, उस तो बाद क्योंकि ਆਪਾਂ ਨੂੰ ਤਾਂ खेलने डेली आना है। ਇੱਕ ਕੇਵਲ ਇੱਕ ਦਿਨ ਦੀ ਬਾਤ ਨਹੀਂ ਹੈ ਕਿ ਅੱਜ ਸਿਮਰਨ ਕਰਾ ਔਰ ਵਿਚਾਰ ਰਹਿਤ ਹੋ ਗਏ, ਕੱਲ ਨੂੰ ਫੇਰ ਆਣਾ, ਜਬ ਤੱਕ ਮਾਲਿਕ ਦਾ ਹੁਕਮ ਹੈ ਰੋਜ਼ ਆਣਾ ਹੈ। तो ਇਸ ਕਰਕੇ ਉਹ ਸੋਝੀ ਸਾਨੂੰ ਆ ਦੇ ਰਹੇ ਹੈ ਕਿ ਤੁਹਾਨੇ ਇਹਨੂੰ ਜ਼ਰੂਰਤ ਨਹੀਂ ਬਣਾਣਾ, ਗੁਰਮੰਤਰ ਨੂੰ ਜ਼ਰੂਰਤ ਨਹੀਂ ਬਣਾਣਾ ਕਿ ਜਬ ਚਾਹੇ ਯੂਜ਼ ਕਰ ਲਿਆ, ਜਬ ਚਾਹੇ ਛੁੱਟ ਦਿਆ। ਨਹੀਂ, ਇਹਨੂੰ ਆਪਣੇ ਹਿਰਦੇ 'ਚ ਬਸਾ ਲਓ ਤਾਂ ਕਿ ਜਿੱਥੇ ਵੀ ਤੁਸੀਂ ਜਾਓ ਇਹ ਤੁਹਾਡਾ ਇੱਕ ਨਾਮ ਦੇ ਰਾਹੀਂ ਰੱਖਿਆ ਚੱਕਰ ਬਣਾ ਰਹੇ, ਵਾਹਿਗੁਰੂ ਗੁਰਮੰਤਰ ਦੇ ਰਾਹੀਂ ਬਣਾ ਰਹੇ। और अगली अवस्था की मालिक दा आप दा मालिक जो राखी हो जाता, जो सुरतियां मालिक दे घर परवाड़ हो जानिया, चाहे वो दर ते रहे चाहे घर ते रहे, मालिक उन्हां दी राखी आप कर दे। वो साढ़े हृदय च बस जाना चाहिए। ਅਸੀਂ ਕਿਤੇ ਵੀ ਜਾਵੇਂ ਸਾਨੂੰ ਇੱਕ ਹੀ ਚੀਜ਼ ਯਾਦ ਰਹੇਗਾ, मालिक। ਤਾਂ ਗੱਲ ਬਣੂਗੀ, ਤਾਂ ਆਪਾਂ ਬਿਰਲੇ ਕਹਿਲਾएंगे, ਤਾਂ ਆਪਾਂ ਸੂਰਮੇ ਕਹਿਲਾएंगे। ਹੁਣੇ ਤਾਂ ਆਪਣੇ ਆਪਾਂ ਨੂੰ ਲੱਗਦਾ ਕਿ ਵਾਹਿਗੁਰੂ वो प्रॉब्लम है वो कैसे हल होगी, वो प्रॉब्लम है वो। ये वाहिगुरु झांकी मार के देखो कि सीख कौन सी ले रहे हैं, की सीख रहे हैं आप। अगर हाँ उस टाइप तो ही जीवन व्यतीत करना है कि मालिक का नाम भी लेंदे रहो नॉर्मली और कम काज भी करते रहो, मिलाप वाली गल नहीं हैगी ते कोई नहीं, तो फिर ऐसे भी चलता रहूगा। अगर साड़ी सुरती मिलाप चाह रही है तो तन मन धन सौंपना पड़ूगा, नहीं पड़ूगा, देना पड़ूगा, फिर मालिक की कृपा होगी। तो तन साड़ी बॉडी, धन श्वास रूपी धन, और जो है साड़ा मन है जो टिकदा नहीं, विचारां च भागी जाता है, ਇਹਨੂੰ ਮਾਲਿਕ ਨੂੰ ਦੇਣਾ ਪੜੂਗਾ। ਹੁਣ ਕਿੰਨਾ ਔਖਾ ਹੈ ਇਹਨੂੰ ਦੇਣਾ, ਜੋ ਇੱਕ ਸੈਕਿੰਡ ਨਹੀਂ ਟਿਕਦਾ ਉਹਨੂੰ ਕਿਸੇ ਨੂੰ ਬਿਠਾ ਕੇ ਪਰਮਾਨੈਂਟਲੀ ਦੇਣਾ ਕਿੰਨਾ ਔਖਾ ਕੰਮ ਹੋ ਗਿਆ। ਤੇ ਲਗਾ ਲਓ ਕਿੰਨਾ ਹਾਰਡ ਖੇਲ ਹੈ, ਲੇਕਿਨ ਸੌਖਾ ਵੀ ਹੈ। ਅਗਰ ਇਸ ਮਨ ਨੂੰ ਕੋਈ ਚੀਜ਼ ਅੱਛੀ ਲੱਗ ਜਾਵੇ ਨਾ, ਫਿਰ ਇਹਨੂੰ ਚਾਹੇ ਕਿਤਨਾ ਵੀ ਕੋਈ ਕਿੰਨਾ ਵੀ ਪ੍ਰੈਸ਼ਰ ਪਾ ਦੇਵੇ, ਆ ਹਟਦਾ ਨਹੀਂ। ਇਹਦੇ ਵਿੱਚ ਗੁਣ ਵੀ ਬਹੁਤ ਹੈ, ਖਾਸੀਅਤਾਂ ਵੀ ਬਹੁਤ ਹੈ ਇਸ ਮਨ ਦੇ ਵਿੱਚ ਕਿ ਅਗਰ ਇੱਕ ਵਾਰ ਇਹਦੀ ਸੁਰਤੀ ਇਹਦਾ ਜੋ ਮਨ ਹੈ ਸੋਰੀ ਆ ਜਿਸ ਚੀਜ਼ ਤੋਂ ਮੰਨ ਗਿਆ ਨਾ, ਫਿਰ ਉਹਨੂੰ ਛੁੱਟਦਾ ਨਹੀਂ। लेकिन मनदा कब है या जब वो चीज अच्छी लगे, उस चीज तो प्रेम होवे, उस चीज सब तो मेन चीज है वाहिगुरु साड़ा जो मन है या जरूरत पे निर्भर हो गया। संसार दे विच सुख ढूंढदा फिरदा है, बाहर सुख ढूंढदा फिर रहा है, क्योंकि जो यदि अंदर दी खुराक है वो अथा खुराक है, उसकी कीमत नहीं लाई जा सकती। वो आनंद है दी खुराक दे विच, जो ऐसा घर है उदे विच इतना आनंद है, इतना आनंद है। होना वापस मुड़ना भूल गया, उस रस नू भी भूल गया, खोजदा उस रस नू ही है, तलब उस रस दी है,
ਲੇਕਿਨ ਰਾਸਤੇ पे गलत पे पै गया, माया ਦੇ ਵਿੱਚ खोजन लगा, आनंद खोजन लगा। वो वाला चाहता है कि शायद ऐसा घर बनावा, इतना हाई फाई, इतना अच्छा बनावा कि उहदे विच जब जाके बैठूंगा फिर बहुत सुकून आना है। लेकिन वो भी करके देख लेंदा, फिर परेशान हो जाता, फिर कहना नहीं और कुछ होना चाहिए, फिर और कुछ करन लगदा। एदी गलती नहीं हैगी मन दी, मन है ही इतने बड़े घराने दा, है ही एदे घर दे विच इन्ना आनंद कि एदा मन जो है, इसी करके ਇਹਨੂੰ इच्छावां तो इच्छावां जागਦੇ ਰਹਿੰਦੀਆਂ, ਕਿਉਂਕਿ ਇਹਨੂੰ ਪੂर्ण ਸੰਤੁਸ਼ਟੀ ਨਹੀਂ ਹੁੰਦੀ। ਹੁਣ ਸੰਤੁਸ਼ਟੀ ਕਿਉਂ ਨਹੀਂ ਹੁੰਦੀ? ਇਸ ਕਰਕੇ ਨਹੀਂ ਹੁੰਦੀ ਕਿ ਜੋ ਇਹਦਾ ਅਸਲੀ ਖਜ਼ਾਨਾ ਹੈ, ਜੋ ਅਸਲੀ ਇਹਦਾ ਸੁੱਖ ਹੈ, वो दृष्टमान ਦੇ ਵਿੱਚ ਢੂੰਡਣ ਨਿਕਲ ਪੜਾ ਤੇ ਇਹਨੂੰ ਵਾਪਸ ਮੋੜਨਾ ਹੈ। ਜਿਸ ਰਸਤੇ ਤੋਂ ਗਲਤ ਰਾਹ ਤੋਂ ਚਲਾ ਗਿਆ ਨਾ, ਇਹਨੂੰ ਸਹੀ ਰਾਹ ਤੋਂ ਲਾਣਾ ਹੈ। ਇਹਨੂੰ वो अमृत ਦੀ ਦਾਤ ਪਿਲਾਣੀ ਹੈ जो रस आज दुनिया भी भोग रहा है, उन्होंने विच रस ढूंढता है, आनंद ढूंढता है। लेकिन कुछ घंटे दुनियावी नशे करता है, कुछ घंटा दे विच वो हट जाता है, फिर आ परेशान हो जाता है। दुनियावी खान पीन दी चीजां भोगता है, रस ढूंढता है, आनंद ढूंढता है, फिर फिक्का पै जाता है। लेकिन एक अमृत रस ऐसा है जो कभी फिक्का नहीं पैता, जो मालिक दे घर के निरंतर सड़ी सुरती नो दिया जा रहा है। लेकिन पंज विच चो पंज लई जाने। ਹੁਣ ਸਾਨੂੰ ਤੈਅ ਕਰ ਲੈਣਾ ਹੈ ਕਿ ਸਾਨੇ ਆਪਣੀ ਸੁਰਤੀ ਨੂੰ ਬੈਕ ਗੁਰਮਤ ਦੇ ਰਾਹੀਂ ਉਸ ਰਾਹ ਤੋਂ ਲੈ ਕੇ ਜਾਣਾ ਹੈ ਜਿਸ ਆਨੰਦ ਨੂੰ ਆ ਢੂੰਡਦਾ ਫਿਰਦਾ ਹੈ, ਜਾਂ ਫਿਰ ਦ੍ਰਿਸ਼ਟਮਾਨ ਦੇ ਵਿੱਚ ਇਹਦੀਆਂ ਇੱਛਾਵਾਂ ਜੋ ਇਹ ਜਾਗਰਤ ਹੋਣੀਆਂ ਰਹਿੰਦੀਆਂ, ਇਹਨਾਂ ਦੇ ਰਾਹੀਂ ਇਹਦਾ ਮਨ ਨਾ ਅੱਜ ਲੋ ਕਿਸੇ ਦਾ ਰੱਜਾ, ਨਾ ਅੱਜ ਲੋ ਕੋਈ ਸੰਸਾਰ ਦੇ ਵਿੱਚ ਆ ਕੇ ਸੰਤੁਸ਼ਟ ਹੋਇਆ, और ना ही कभी भी जल्लो सृष्टि रहनी है कोई संसार दे विच आके संतुष्ट हो सकता। हमें मतलब मायावी चीजा तो इस मन दी संतुष्टि तृप्ति नहीं होनी। गुरबाणी गुरु दे विच उन्होंने लिखा, डिठा सब संसार सुख ना नाम बिन। वो नाम बिन सुख क्यों नहीं हैगा? क्योंकि नाम दे राही अपने घर टिक सकता है। नाम सुख महल दे विच निज घर दे विच 10वें द्वार तो नाम चल रहा है, उत्थे जाके बह सकता है, उत्थे आनंद ही आनंद है सुख महल दे विच। नाम के साथ साथ अमृत की वर्खा भी हो रही है, उन्नू भी आप पी सकता है, आनंद दे विच रह सकता है। इस करके उन्होंने लिख दिया कि बाहर भावें किन्ने ही रसा दा भोगी हो जा, लेकिन कभी तेरी तृप्ति नहीं होनी। उन्होंने कलम बंद करके दे दिया कि डिठा सब संसार, इस भावें पूरे संसार दे विच देख लिया, सुख ना नाम बिन, नाम तो बिना सुख नहीं हैगा। लेकिन अपनी भूल असी अपने बच्चा च वो अपनी जिम्मेवारियां है वाहिगुरु, कम काज भी करने हैं असी, फिर अस विचार नु गहराई ते पकड़न की कोशिश करो, भावें असी किन्नी भी प्रॉपर्टी इकट्ठी कर लेवें, सुख नहीं दे सकती, जरूरतां पूरियां कर सकती है। किन्ने भी निजी संबंध बना ले मैं दृष्टमान दे विच, सुख नहीं दे सकते, जरूरतां पूरियां कर सकते हैं। किस चीज दी जरूरतां? शरीर दी जरूरतां। मन दा ना ही इत्थे कुछ खाना रखा होया है, ना ही मन दा अंदर कोई रहन दे लई महल बनाया होया है माया दे घर दे विच, कुछ नहीं हैगा मन दे लियो। तन दी जरूरतां पूरियां करियां जा सकदियां हैं। तो इस करके उन्होंने गुरबाणी दे विच बहुत सरल शब्दां समझाया कि नहीं, किस नाल कीजे दोस्ती सब जग चलन हार, कूड़ राजा कूड़ प्रजा कूड़ सब संसार, कूड़ सेती नेहो लागा विसरिया करतार। ਅਸੀਂ ਮਾਲਿਕ ਤੋਂ ਵਿਛੜੇ ਹੀ ਇਸ ਮਾਇਆ ਨੂੰ ਕਰਕੇ ਹੈ, ਜਿਹਦਾ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਤਾਂ ਭੋਗੀ ਆਪਾਂ ਹੈ ਹੀ, ਆਪਾਂ ਸੁਖਮ ਦੇ ਵਿੱਚ ਤਾਂ ਇਹਦੇ ਬਹੁਤ ਬੜੇ ਭੋਗੀ ਬਣੇ ਹੋਏ ਹਨ। ਆਪਾਂ ਇਹਦਾ ਪੱਲਾ ਜਾਂ ਸਾੜਾ ਨਹੀਂ ਛੱਡਦਾ, जो काल है जो माया है साड़ा पीछा नहीं छुड़दी, ते छुड़दे असी भी नहीं। ते इस करके उन्होंने गुरबाणी च लिखा, वो विरले हैं, वो सूरमे हैं, वो जो अनुपंजा तो अपना खेड़ा छुड़ा लेंगे, जो अस माया तो, गुरबाणी दे विच माया नूं नक्की किया गया है कि सारे संसार नूं ठग रही है, सारे संसार नूं ठग रही है। वो कोई कोई विरले विरले बचेंगे जो इस तो अपना खेड़ा छुड़ा के अपने घर वापस हो जाएंगे। फिर हुण अपने आप नूं देख लेना है कि
इतना पक्का होके रहना है कि वापस एरी तरफ पलट के नहीं देखना, या फिर ਹੁਣ ਆਪਣੇ ਆਪ ਦੀ ਜ਼ਿੰਮੇਵਾਰੀ ਹੋਗੀ ਵਾਹਿਗੁਰੂ ਆ ਕਿ ਗੁਰਮਤਿ ਦਾ ਗਿਆਨ ਤਾਂ ਸਾਨੂੰ ਬਹੁਤ ਬਰੀਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇਣਾ, ਚਾਹੋ ਤਾਂ ਤੁਸੀਂ ਆਪਣੇ ਘਰ ਜਾ ਸਕਦੇ ਹੋ, ਤੁਹਾਡੇ पे डिपेंड करता है, अगर नहीं चाहते तो ਇਹਦੇ ਸਾਥ ਰਹੋ। जैसे कि ਸਾਨੂੰ ਫਿਕਰ ਹੁੰਦੀ ਹੈ ਆਪਣੇ ਕਾਰੋਬਾਰ ਦੀ, ਹੁੰਦੀ ਹੈ ਆਪਣੇ ਬੱਚਾ ਦੀ, ਹੁੰਦੀ ਹੈ ਸਭ ਕਾਇ ਦੀ ਹੁੰਦੀ ਹੈ ਫਿਕਰ, ਛੋਟੀ ਛੋਟੀ ਨਿੱਜੀ ਲਾਈਫ जो है अपनी। अगर मालिक तो मिलाप करना है, भरोसे दे रही कर्म आपा दा बनता है कि आपा कर्म करते रहे, लेकिन ਉਹਦੇ ਵਿੱਚ ਸਾਨੂੰ तर्क वितर्क जो साड़ी सुरती कर दी है कि ऐसा हो जाना चाहिए, ऐसा क्यों नहीं होया, ये या ही है साढ़े बंधन। औलाद तो भी बहुत ज्यादा प्रेम पा रखा है, परिवार तो भी बहुत ज्यादा प्रेम पा रखा है। उस गुरु ग्रंथ साहब महाराज सानू सोझी दे रहे हैं कि तू सिर्फ एक तो ही प्रेम करना सीख ले, सिर्फ एक दे, क्योंकि संसार ਦੇ ਵਿੱਚ 10 20 30 ਹਜ਼ਾਰ ਰਿਸ਼ਤੇ ਬਣਾ ਰੱਖੇ ਤੈਨੇ, ਉਹਨਾਂ ਤੋਂ ਪੇਸ ਹੋਣ ਦੇ ਲਈ ਤੈਨੂੰ ਬਹੁਤ ਜ਼ਿਆਦਾ ਆਪਣੀਆਂ ट्रिक लगानियां पड़दियां हैं, लेकिन तू एक दे सामने पेश हो जा, सिर्फ एक तो प्रेम करना सीख ले, आल वर्ल्ड पूरे संसार तो प्रेम करना सीख जाएगा। गुरु ग्रंथ साहब आ नहीं कहते कि परिवार का त्याग कर दो, सारियां नू छुड़ के चले जाओ, नहीं, वो कहते तू जो बंधा होया है वो तू दृष्टमान दे विच प्रेम ਤਾਂ ਕਿਸੇ ਨੂੰ ਕਰਦਾ ਹੀ ਨਹੀਂ, ਤੂੰ ਮੋਹ ਕਰਦਾ ਹੈ। ਮੋਹ ਕਿਉਂ ਕਰਦਾ ਹੈ? ਜ਼ਰੂਰਤ ਦੇ ਲਈ ਮੋਹ ਕਰਦਾ, ਜ਼ਰੂਰਤ ਤੇ ਡਿਪੈਂਡ ਕਰਦਾ, ਤੂੰ ਆਪਣੇ ਬਾਰੇ ਚ ਸੋਚਦਾ ਰਹਿਣਾ। तो इस करके वो सानू सोची दे ना, तू मालिक तो प्रेम करना सीख गया, जिस दिन तू मालिक तो प्रेम करने च कामयाब हो गया ना, ते फिर तू पूरे संसार एक 5-7 जना दे परिवार तो प्रेम नहीं करने दा, तू पूरे संसार तो प्रेम करने लग जाएगा। ऐसी अवस्था हो जाएगी सारियां दे विच, क्योंकि मालिक ही खेल रहा है। सानू भ्रम पै गया विचारा दे विच आके, माया दे बंधन दे विच पै गए, या भ्रम पै गया कि आ मेरा, आ तेरा, आउदा घर, आउदा परिवार, इस करके ये तेनू बंधन पए होया, और एनी बंधना दी वजह ते तू एक दूसरे नू ईर्ष्या करता है। ये साडे मन नू समझा रहा है गुरु ग्रंथ साहब कि तू ए लेवल तो बैठ गया कि तेरा और मेरा, तेरे मन की जो वृत्ति है, आउदा है, आ मेरा है, वो ऐसा है, मैं ऐसा हाँ, मैं इतना अच्छा हाँ, वो इतना बेकार है, तेने दो बना दिए। गुरु ग्रंथ साहब महाराज कहने तू एक कर ले। जो गुरु ग्रंथ साहब महाराज जी बाणी शुरू होंदी है, सब तो पहले वो एक ते शुरू होंदी है, एक तो, कि पूरे आल वर्ल्ड दे विच, पूरी सृष्टि दे विच केवल और केवल एक अथा अगम बेअंत पावर खेल रही है, ਉਹਦੀ खोज कर ले। तू अपने आप ਨੂੰ ਨਿੱਕਾ ਜਿਹਾ ਕੁਛ ਤੂੰ ਮਾਲਿਕ ਨੇ ਇੱਕ ਅਲੱਗ ਕੱਢ ਕੇ, ਜਿਹਨੂੰ ਮਨ ਬੋਲਦੇ ਆ ਲੋਕ ਦੀ ਭਾਸ਼ਾ, ਤੂੰ ਆਪਣੇ ਆਪ ਨੂੰ ਕੁਛ ਸਮਝਣ ਲਗਾ, ਆਪਣੀ ਕੁਝ ਹਸਤੀ ਸਮਝਣ ਲਗਾ, ਆਪਣੀ ਕੋਈ ਪਹਿਚਾਨ ਸਮਝ ਲਈ, अपने आप ਨੂੰ ਤੈਨੇ ਕੁਛ ਸਮਝ ਲਿਆ, ਤੈਨੇ अपने आप ਨੂੰ वो बंधन पा लिए, ਜਿਹਦੇ ਕਰਕੇ कि तू बहुत अथा दुखी है, और तू अज दे नहीं पिछले 3 जुआ चौथा चल रहा, इतना दुखी हो गया अपने आप ਨੂੰ कुछ समझ के। ਹੁਣ तू अपने आप ਨੂੰ कुछ ना समझे, जब ਅਸੀਂ अपने आप ਨੂੰ कुछ नहीं समझने दे तो फिक्र किस, ऐसा कुछ कर ही नहीं सकते। कम काज जो मालिक कराऊगा करेंगे, जो भी कर्म मालिक ने कराना उन्होंने करेंगे। फिक्र जब तू कुछ कर नहीं सकता तो फिक्र क्यों? मैं पूरे खेल ਨੂੰ चरा रहा हाँ, मैं ऐसा रखा हाँ, मैं मालिक हाँ, मैंने इस खेल ਨੂੰ बनाया है, मैं खिलाड़ी हाँ, फिक्र मैनू होगी ना, तेनू क्यों? गुरबाणी कहना आपे दाता आपे भुगता हो तुझ बिन अवर ना जाना। वाहिगुरु सानू भ्रम पै गया मालिक ही खेल रहा है, जिन्हां तो ਅਸੀਂ भय खाने हैं ਉਹਦੇ ਵਿੱਚ भी मालिक ही हैगा, और जो भीतर बैठा है ਉਹਦੇ ਵਿੱਚ भी मालिक ही हैगा। भ्रम किथे पै गया? माया ਦਾ। ਅਸੀਂ ਇੱਕ ਦੂਸਰੇ ਤੇ ਪ੍ਰੋਬਲਮ ਕ੍ਰੀਏਟ ਕਰਦੇ हैं, क्यों? ਵਿਚਾਰਾਂ ਦੀ ਵਜ੍ਹਾ ਤੇ। ਸਭ ਦੇ ਵਿੱਚ ਮਾਲਿਕ ਬੈਠਾ ਹੈ, ਅਸੀਂ ਦੂਸਰੇ ਦੇ ਪ੍ਰਤੀ दुविधा रखते हैं, वो साड़ी अपनी प्रॉब्लम है, साने उन्होंने बनाया है प्रॉब्लम, साने विचार तैयार करे हैं, अगला गलत नहीं हैगा। ਅਸੀਂ डिसीजन लेने हैं कि एक विचार तैयार करने 2 3 4, आ होमे सदोगुणी भी हो सकती है। अगर सानू ज्ञान हो गया
फिर कहने जी वो अच्छा प्रचार नहीं करते, वो ऐसी बात नहीं करते। बहुत बरीकी च चलना है, बहुत ही ज्यादा बरीकी। ਸੰਸਾਰ परमात्मा सानू एक होने ਦੇ ਲਈ ਕਹਿੰਦਾ, ਸਮ ਦ੍ਰਿਸ਼ਟੀ ਹੋਣ ਦੇ ਲਈ ਕਹਿੰਦਾ। ਇਹਨੇ एक दृष्ट कर समसर जाने जोगी कहिए सुन। अगर मालिक तो मिलाप करना है, जोगी बनना है, तो एक दृष्टि होना पड़ेगा। एक ਭਾਵੇਂ ਕੋਈ ਕੁਛ ਵੀ ਕਰੀ ਜਾ ਰਿਹਾ ਹੈ, ਤੁਸੀਂ ਮਾਲਿਕ ਦੇ ਹੁਕਮ ਦੇ ਵਿੱਚ ਵਿਚਰਦੇ ਰਹੋ, ਮਾਲਿਕ ਨੇ ਆਪਣੇ ਆਪ ਸਾਰਾ ਕੁਝ ਕਰ ਦੇਣਾ ਹੈ। ਸੱਚ ਦਾ ਪ੍ਰਚਾਰ ਕਰਾ ਰਿਹਾ ਹੈ ਤੇ ਮਾਲਿਕ ਕਰਾ ਰਿਹਾ ਹੈ, ਮਾਲਿਕ ਆਪ ਵਰਤ ਰਿਹਾ ਹੈ, ਮਾਲਿਕ ਕਰ ਰਿਹਾ। ਜਿਨ੍ਹਾਂ ਨੂੰ ਮਾਲਿਕ ਨੇ ਧੁਰ ਦੇ ਲੇਖੇ ਦਿਏ ਹੈ, ਉਹ ਨਾਮ ਦੇ ਰਾਹੀਂ ਉਹਨਾਂ ਨੂੰ ਕੱਢ ਕੇ ਲੈ ਕੇ ਜਾਊਗਾ। ਸਾਡੀ ਪ੍ਰੋਬਲਮ ਨਹੀਂ ਹੈ ਕਿ ਅਸੀਂ ਉਹਦੇ ਨਾਲ ਧੱਕਾ ਕਰਕੇ ਉਹਨੂੰ ਬਾਰ-ਬਾਰ ਸਮਝਾ ਕੇ ਉਹਨੂੰ ਮਾਲਿਕ ਦੀ ਤਰਫ ਜੋੜਨਾ, ਨਹੀਂ। मालिक की ड्यूटी है, मालिक ने जिन्हों जोड़ना है जोड़ देना है। साने तर्क वितर्क नहीं करना किसी तो। जो सानू ड्यूटी दी गई है, सानू ड्यूटी दी गई है सच बोलने की, कि जो थोड़ा निजी प्रैक्टिकल होया किस तरीके ते मन विचारा तो रहत होके नाम दे विच समा के मालिक दे घर सन्मुख हो गया। और उहदे लई किन किन चीजां दी मेन परहेज है, वो सारी डिटेल दे विच संसार नू थाने बटना है। थाने तर्क वितर्क वाद विवाद नहीं करना, कोई किस तरीके ते समझा रहा है, कोई किस तरीके ते समझा रहा नहीं। थानू जिन्ना रोल दिया गया है, जिथे थानू तुसी मट्टी दे पुतले हो, जिथे थानू ले जाया जाऊगा थाने जाके बह जाना है। बस सच बोलना है। जो सच दे ग्राहक होएंगे वो बंद के ले जाएंगे, जो सच दे ग्राहक नहीं होने दे वो छुट जाएंगे। छुट जाओ, थाने तो अपने आनंद दे विच रहना है, थाने खुबना नहीं हैगा। सदोगुणी होमे च भी जाना नहीं हैगा, तर्क वितर्क नहीं करने। गुरु ग्रंथ साहब जी कहने कि तेनू परम आनंद मिल गया ना, तो तू परम आनंद दे विच अपनी सुरती नू रख, अमृत रस पी। जे तू अगर सदोगुणी होमे दे विच भी चला गया तां भी तेनू बंधन पै जाएंगे, फिर भी तेनू औखा हो जाऊगा निकलना। तू हुकम दे विच जा। अगर तेनू प्रचार दे लई भेजा है ते प्रचार कर, अगर तेनू दृष्टमान काज दे लई भेजा है वो कर, लेकिन हुकम च कर। हुकम दे राही अपने घर वापस आ जा, सुख महल दे विच आ जा, सुख महल तो ऊपर मेरे पास आ जा। इतना खेल बनाया मालिक ने। हुण साड़ियां सुरतियां इतना ज्यादा तर्क वितर्क कर करके, तर्क वितर्क ਅਸੀਂ ਆਪਣੇ ਮਨ ਤੋਂ ਨਹੀਂ ਕਰਦੇ, ਨਿੱਜੀ ਪ੍ਰੈਕਟੀਕਲ ਦੇ ਵਿੱਚ ਤਰਕ ਵਿਤਰਕ ਕਰਨਾ ਹੁੰਦਾ ਹੈ। ਲੇਕਿਨ ਮਿਸਟੇਕ ਕਿ ਅਗਰ ਦ੍ਰਿਸ਼ਟਮਾਨ ਤੇ ਜੁੜੇ ਹੋਏ ਹੈ ਤਾਂ ਦ੍ਰਿਸ਼ਟਮਾਨ ਦੇ ਵਿੱਚ ਹੀ ਤਰਕ ਵਿਤਰਕ ਕਰਨੇ ਚ ਅੱਜ ਵੀ ਸਾਡੀ ਸੁਰਤੀ ਇੰਟਰਫੇਅਰ ਕਰਦੀ ਹੈ ਸੰਸਾਰ ਦੇ ਵਿੱਚ। ਉਹ ਕਹਿੰਦੇ ਤੁਸੀਂ ਤਾਂ ਮਾਲਿਕ ਨੇ ਸਜਾ ਦਿਏ, ਗੁਰਮੁਖ ਬਣਾ ਦਿਏ, ਕਮ ਤੇ ਕਮ ਤੁਸੀਂ ਤਾਂ ਆਪਣੇ ਏਰੀਏ ਦੇ ਵਿੱਚ ਵਿਚਰੋ। ਤੁਸੀਂ ਅਗਰ ਬਾਹਰ ਹੋ ਗਏ ਤਾਂ ਫਿਰ ਸੰਸਾਰ ਦੇ ਵਿੱਚ ਕੀ ਰਹਿ ਜਾਊਗਾ? ਕੁਛ ਨਹੀਂ, ਸਭ ਬੇਕਾਰ ਹੈ ਫਿਰ। ਤੇ ਮਾਲਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਪੂर्ण ਸੋਝੀ ਦੇ ਕੇ ਅਗਰ ਸਜਾ ਰਹੇ ਹੈ ਤੇ ਵਾਹਿਗੁਰੂ ਸਾਨੇ ਆਪਣਾ ਸਿਰ ਨੀਵਾ ਕਰਕੇ ਉਹਨਾਂ ਦੇ ਹੁਕਮ 'ਚ ਰਹਿਣਾ ਹੁੰਦਾ ਹੈ। ਹੁਕਮ ਦੇ ਵਿੱਚ ਵਿਚਰਨਾ ਸਾਨੇ ਸਾਰਿਆਂ ਨੇ, ਭਾਵੇਂ ਜੋ ਵੀ ਹੋਈ ਜਾਵੇ। ਅਗਲੀਆਂ ਅਵਸਥਾਵਾਂ ਐਸੀਆਂ ਹੈ, ਅਸੀਂ ਥੋੜੇ ਜਿਹੇ ਪੁਆਇੰਟਾਂ 'ਚ ਖੋਲਣਾ ਚਾਹਾਂਗੇ। ਅਗਲੀਆਂ ਅਵਸਥਾਵਾਂ ਇਹੋ ਜਿਹੀਆਂ ਹੈ ਕਿ ਤੁਹਾਡੇ ਮਾਲਿਕ ਨੇ ਇਹਨਾਂ ਨੂੰ, ਜੋ ਗੁਰਬਾਣੀ 'ਚ ਲਿਖਾ ਗਿਆ ਹੈ ਕਿ ਜਬ ਮਨ ਮਾਲਿਕ ਦੇ ਸਨਮੁਖ ਹੋਇਆ ਕਿ ਇਹਨ ਪੰਜਾਂ ਦੇ ਨਾਲ ਮੈਨੇ ਨਹੀਂ ਰਹਿਣਾ। ਤੇ ਇੱਕ ਤਾਂ ਹੋ ਗਈ ਗੱਲ ਸੁਣੀ ਸੁਣਾਈ, ਗੁਰਬਾਣੀ ਦੇ ਅਰਥ ਕਰਦੀ ਹੈ ਜੀ ਮਨ ਮਾਲਿਕ ਦੇ ਘਰ ਸਨਮੁਖ ਹੋਇਆ। ਇੱਕ ਆਪਣਾ ਨਿੱਜੀ ਪ੍ਰੈਕਟੀਕਲ ਦੇ ਅਨੁਸਾਰ ਕਿ ਮਾਲਿਕ ਨੇ ਰਿਐਲਿਟੀ ਦੇ ਵਿੱਚ ਤੁਹਾਡਾ ਨੌਕਰ ਬਣਾ ਹੀ ਬਣਾ ਦੇਣਾ ਹੈ। ਭਾਵੇਂ ਤੁਸੀਂ ਇਹਨਾਂ ਤੋਂ ਜੋ ਚਾਹੇ ਕੰਮ ਲੈ ਲਓ, ਲੇਕਿਨ ਪਹਿਲਾਂ ਇਹਨਾਂ ਪਰ ਫਤਿਹ ਹਾਸਿਲ ਕਰ ਲਓ, ਫੇਰ ਆਨੰਦ ਆਊਗਾ ਖੇਲ ਵਿੱਚ, ਫੇਰ ਹੈ ਮਨ ਰਾਜਾ, ਫੇਰ ਉਹਨੂੰ ਇਹ ਚੀਜ਼ਾਂ ਤੋਂ ਇਫੈਕਟ ਨਹੀਂ ਪੜਦਾ, ਭਾਵੇਂ ਜੋ ਵੀ ਹੋਈ ਜਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਖੋ, ਅਗਰ ਉਹ ਚਾਹੁੰਦੇ ਤਾਂ ਆਪਣੇ ਪਰਿਵਾਰ ਨੂੰ, ਉਹਨਾਂ ਨੂੰ ਕੀ ਕੁਛ ਨਹੀਂ ਪਤਾ ਥਾ, ਸਾਰਾ ਕੁਛ ਪਤਾ ਥਾ। ਉਹਨਾਂ ਦੇ ਨਿੱਕੇ ਨਿੱਕੇ ਬੱਚੇ ਦੀਵਾਰਾਂ ਦੇ ਵਿੱਚ ਚਿਣਾ ਦਿਏ ਗਏ, ਸ਼ਹੀਦੀ ਪ੍ਰਾਪਤ ਕਰ ਗਏ। ਉਹ ਦੋ ਚਮਕੌਰ ਦੀ ਵਿੱਚ ਲੜਾਈ ਦੇ ਵਿੱਚ ਉੱਥੇ ਸ਼ਹੀਦ ਹੋ ਗਏ। ਉਹ ਕੀ ਕੁਛ नहीं कर सकते थे, लेकिन उन्होंने एक सुझाव दिया, मैं हूं परम पुरख को दासा, देखण आया जगत तमाशा। ਉਹ ਤੇ ਦੇਖने आए कि खेल, उन्होंने इंटरफेयर नहीं करा ਇਹਦੇ ਵਿੱਚ।
ਤੇ ਆਪਾਂ ਉਹਨਾਂ ਦੇ ਸਿਖਿਆਰਥੀ ਹੈ। ਇਹ ਚੀਜ਼ ਨੂੰ ਦਿਮਾਗ ਦੇ ਵਿੱਚ ਅੱਛੇ ਤੇ ਸਾਨੇ ਸਾਰਿਆਂ ਨੇ ਹੀ ਫੀਡ ਕਰ ਲੈਣਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਖਿਆਰਥੀ ਹੈ, ਸਿੱਖ ਹੈ ਉਹਨਾਂ ਦੇ, ਤੇ ਉਹਨਾਂ ਦੇ ਗੁਣਾਂ ਤੇ ਸਾਨੇ ਚੱਲਣਾ ਹੈ। ਉਹ ਕਹਿੰਦੇ ਕਿ ਉਹਨਾਂ ਨੇ ਸੰਸਾਰ ਦੇ ਵਿੱਚ ਇੰਨਾ ਕੁਝ ਹੋ ਗਿਆ, ਘਰ ਵੀ ਛੁੱਟ ਗਿਆ, ਕਿਲਾ ਵੀ ਛੁੱਟ ਗਿਆ, ਬੱਚੇ ਵੀ ਸ਼ਹੀਦ ਹੋ ਗਏ, ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਲੇਕਿਨ ਮਾਲਿਕ ਦੇ ਹੁਕਮ ਚ ਵਿਚਰੇ। ਆਪਾਂ ਦੇ ਵਿੱਚ ਇੰਨੀ ਜਰਨ ਸ਼ਕਤੀ ਤਾਂ ਹੈਗੀ ਨਹੀਂ, ਲੇਕਿਨ ਆਪਾਂ ਅਗਰ ਉਹਨਾਂ ਦਾ ਸਹਾਰਾ ਲੈ ਕੇ ਚੱਲਦੇ ਰਹੇ ਤੇ ਜ਼ਰੂਰ ਅਸੀਂ ਵੀ ਫਤਿਹ ਹਾਸਿਲ ਕਰ ਸਕਦੇ ਹਾਂ। ਅਸੀਂ ਇਸ ਖੇਲ ਨੂੰ ਜੀਤ ਸਕਦੇ ਹਾਂ ਅਗਰ ਰਿਐਲਿਟੀ ਦੇ ਵਿੱਚ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਓ, ਜਿਵੇਂ ਕਿ ਉਹ ਮਾਲਿਕ ਦੇ ਹੁਕਮ ਚ ਵਿਚਰੇ। ਔਰ ਉਹਨਾਂ ਨੇ ਕਲੀਅਰਟੀ ਦੇ ਵਿੱਚ ਲਿਖਾ ਹੈ ਉਹ ਕਿੰਨੇ अथा पावर थी उन्होंने पास मालिक के घर से आए है ना। लेकिन उन्होंने की लिखा गुरबाणी, जो मोह को परमेश्वर उचरे सो नरक कुंड में परे। अपने आप ਨੂੰ ਕੀ ਲਿਖਾ, ਦਾਸ ਲਿਖਾ ਗੁਰਬਾਣੀ ਦੇ ਵਿੱਚ, ਦਾਸ ਮੈਂ ਹੂੰ ਪਰਮ ਪੁਰਖ ਦਾਸਾ ਦੇਖਣ ਆਇਆ ਜਗਤ ਤਮਾਸ਼ਾ। ਔਰ ਆਪਣੀ ਵਰਤੀ ਨੂੰ ਵੀ ਵਾਹਿਗੁਰੂ ਇਹ ਵਰਤੀ ਨੂੰ ਵੀ ਸੰਭਾਲ ਕੇ ਰੱਖਣਾ ਹੁੰਦਾ ਹੈ ਕਿ ਅਗਰ ਮਾਲਿਕ ਨੇ ਕੁਛ ਦਾਤਾ, ਅੰਮ੍ਰਿਤੀ ਦੀ ਦਾਤ, ਨਾਮ ਦੀ ਦਾਤ, ਕੁਛ ਦਾਤਾ ਵਰਤਨੀਆਂ ਤੇ ਉਹਨਾਂ ਦਾ ਹੁਕਮ ਦੇ ਵਿੱਚ ਰਹਿ ਕੇ ਹੀ ਭੋਗੀ ਰਹਿਣਾ ਹੈ। ਜੇ ਆਪਾਂ ਹੁਕਮ ਤੋਂ ਬਾਹਰ ਹੋ ਗਏ, ਕਿਉਂਕਿ ਇਹ ਪਾਵਰ ਨੂੰ ਨਿਗੇਟਿਵਤਾ ਦੇ ਵਿੱਚ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿਆ, ਸਾਰੇ ਸੰਸਾਰ ਦੇ ਲਈ ਹੈ, ਜਿੰਨੇ ਵੀ ਆ YouTube ਤੇ ਵੀ ਜਾਊਗਾ ਜਾਂ ਫੇਸਬੁੱਕ ਤੇ ਵਗੈਰਾ, ਸਕਾਈਪ ਤੋਂ ਕਿੱਥੇ ਵੀ ਜਾਣਾ ਹੈ, ਅਸੀਂ ਸਾਰੇ ਦੇ ਲਈ ਇਹ ਬੋਲਦੇ ਹਾਂ। ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਦੇ ਲਈ ਕਿ ਅਗਰ ਅਸੀਂ ਇਹਦਾ ਨਿਗੇਟਿਵ ਅਸੀਂ ਇਹਨੂੰ ਯੂਜ਼ ਕਰਨ ਲੱਗੇ ਤੇ ਅਸੀਂ ਹੁਕਮ ਤੋਂ ਬਾਹਰ ਹੋ ਗਏ ਔਰ ਅਸੀਂ ਖੁਆਰ ਵੀ ਹੋ ਗਏ, क्योंकि यह साड़ी प्रॉपर्टी नहीं है, यह मालिक दा खजाना है। ऐस तो नौकरी करनी है चाकर, हम चाकर गोविंद के, मालिक दे नौकर बन के रहना, भावे मालिक कितनी भी बड़ी अवस्था क्यों ना बना देवे, भावे कोई सी थां ते भी क्यों ना बिठा देवे, लेकिन मन इन्ना नीवा रहे कि नौकर है ते नौकर ही बन के रहना चाहेंगे। अगर होम में आ गई, दूसरी साइड चले गए तो वाहिगुरु फेर नहीं मिलाप होना, फेर तो पता नहीं कितने चले जाएंगे। तो इस करके कि हुक्म च रहना है। अगर दृष्टमान ਦੇ ਵਿੱਚ ਵੀ ਕੁਝ ਪ੍ਰੋਬਲਮਾਂ ਆਣੀਆਂ ਹੈ ਤੇ ਵਾਹਿਗੁਰੂ ਉਹਨਾਂ ਨੂੰ ਪੀਣਾ ਸਿੱਖਣਾ ਹੈ। ਉਹ ਮਾਲਿਕ ਦਾ ਹੁਕਮ ਹੈ, ਹੁਕਮ ਚ ਵਿਚਰਨਾ ਹੈ ਆਪਾਂ ਨੂੰ, ਬਿਰਲੇ ਬਣਨਾ ਹੈ ਆਪਾਂ ਨੂੰ। ਅੰਮ੍ਰਿਤ ਰਸ ਪੀਊਗੀ ਸੁਰਤੀ, ਅੰਦਰ ਦੇ ਦੁੱਖ ਨਹੀਂ ਹੋਣਾ, ਸਰੀਰ ਤੇ ਭਾਵੇਂ ਕਸ਼ਟ ਪਏ ਜਾਵੇ, ਲੇਕਿਨ ਅੰਦਰ ਤੇ ਸੁਰਤੀ ਨੂੰ ਕभी ਦੁੱਖ ਨਹੀਂ ਹੋਣਾ, ਕਿਉਂਕਿ ਸੁਰਤੀ ਦੀ ਜੋ ਦਾਤ ਹੈ, ਅੰਮ੍ਰਿਤ ਦੀ ਦਾਤ, ਨਾਮ ਦਾ ਅਨਮੋਲ ਖਜ਼ਾਨਾ ਜਿਸ ਸੁਰਤੀ ਤੋਂ ਖੁੱਲ ਗਿਆ, ਉਹ ਕभी ਦੁਖੀ ਨਹੀਂ ਹੋ ਸਕਦੀ, ਕभी ਦੁਖੀ ਨਹੀਂ ਹੋ ਸਕਦੀ, ਭਾਵੇਂ ਦ੍ਰਿਸ਼ਟਮਾਨ ਦੇ ਵਿੱਚ ਕੋਈ ਵੀ ਖੇਲ ਕਿਉਂ ਨਾ ਵਿਚਰੇ ਜਾਵੇ। तो इस करके सानू वो सोझी दे रहे हैं, अगर वो बिरले बनना है, वो सिख बनना है जो गुरु ग्रंथ साहब जी हुक्म कर रहे हैं, ते वैसे ही सानू वाहिगुरु सारियां नू चलना पड़ेगा, जैसे गुरु ग्रंथ साहब जी एक एक पॉइंट नू बरीकी दे विच सानू समझाने हैं। हुक्म च विचरना पड़ेगा, हुक्म च। अगर ਆਪਾਂ ਮਾਇਆਵੀ ਦੇ ਵਿੱਚ, ਪਰਿਵਾਰ ਦੇ ਵਿੱਚ, ਔਰ ਸਗੇ ਸੰਬੰਧੀਆਂ ਦੇ ਵਿੱਚ, ਪ੍ਰੋਪਰਟੀ ਦੇ ਵਿੱਚ, ਉਹ ਕਹਿੰਦੇ ਯੂਜ਼ ਕਰੋ। यूज करने ਲਈ ਤਾਂ बनाया मैंने कितना कुछ बनाया है, इतना कुछ बनाया है कि तुसी हुणे खोज भी नहीं पाए। इतना टाइम हो गया, इतना कुछ मैंने थोड़े लिए बनाया कि तुसी खोजा कर करके थक गए, लेकिन तुसी हुणे खोज भी नहीं पाए। तो वो मैंने अपने लिए थोड़ी बनाया था, थोड़े लिए बनाया है, थोड़े यूज दे लिए, लेकिन थाने उसको प्रेम नहीं करना, उन्हें यूज करो अपने। ਤੇ ਸਾਨੂੰ ਮਾਲਿਕ ਦੇ ਘਰ ਤੇ ਹੁਕਮ ਹੈ ਕਿ ਜਿਨ ਗੁਰਮੁਖਾਂ ਨੂੰ ਮਾਲਿਕ ਨੇ ਸਾਜ ਦਿਆ, ਉਹਨਾਂ ਦੇ ਲਈ ਮੇਨ ਹੁਕਮ ਹੈ ਮਾਲਿਕ ਦਾ ਕਿ ਉਹ ਹੁਕਮ 'ਚ ਹੀ ਰਹਿ ਕੇ ਵਿਚਰੇ, ਚਾਹੇ ਕੋਈ ਵੀ ਕਿਉਂ ਨਾ ਹੋ, ਜਿਨ੍ਹਾਂ ਨੂੰ ਗੁਰਮੁਖ ਸਾਜ ਦੇ। गुरमुखा तो संत तो साधु तो भाव है, निष्ठावान भाव नहीं हैगा। केसरी कपड़े पा लिए, पगड़ी पा ली,
ਦਸਤਾਰ ਬੰਦਲੀ, ਸ੍ਰੀ ਸਾਹਿਬ ਪਾ ਲਈ, ਉਹਦਾ ਭਾਵ ਨਹੀਂ ਹੈਗਾ ਗੁਰਮੁਖ ਦਾ। ਗੁਰਮੁਖ ਦਾ ਬਾਣਾ ਅੰਦਰ ਦਾ ਹੈ, ਅੰਦਰ ਦਾ। ਇਹ ਤਾਂ ਦ੍ਰਿਸ਼ਟਮਾਨ ਬਾਣਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿਆ ਹੈ, ਸਤਿਕਾਰਯੋਗ। ਲੇਕਿਨ ਅਸਲੀ ਬਾਣਾ ਸਾਡੇ ਅੰਦਰ ਦਾ ਹੈ, ਉਹਦੀ ਸੰਭਾਲ ਕਰਨੀ ਹੈ। ਸਹਿਜ ਸੰਤੋਖ ਸਬਰ ਸਿਫਤ ਸਲਾਹ ਦਾ ਕੱਪੜਾ ਅੰਮ੍ਰਿਤ ਰਸ ਸੁਰਤੀ ਪੀਂਦੀ ਰਹੇ, ਨਾਮ ਨੂੰ ਸੁਣ ਕੇ ਸੰਸਾਰ ਦੇ ਵਿੱਚ ਖਿਲੇ, वो है गुरमुख। और नाम दे राही मालिक दे घर पेश होवे, मालिक तो गोष्ट करें, मालिक तो बात करें, वो है गुरमुख। जो उस अवस्था तो थल्ले चले गए, भावे वो दृष्टमान दे विच और लोकां नू वो गुरमुख लगेंगे, लेकिन जब उन्हां दी वृत्ति थल्ले चली गई तो फिर वो गुरमुख नहीं रह गए। अगर वो हुक्म तो बाहर हो गए तो फिर वो गुरमुख नहीं रह गए। जिन्ना भी खेल गुरु ग्रंथ साहब महाराज जी ने समझाया है वो साढ़े अपने मन की अवस्था है, मन का खेल है। मन ही साधु बनूगा, मन ही संत बनूगा, मन ही गुरमुख बनूगा, मन ही ब्रह्म ज्ञानी बनूगा। सरीर का कोई कॉन्टैक्ट नहीं हैगा। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇੱਕ ਦ੍ਰਿਸ਼ਟਮਾਨ ਦੇ ਵਿੱਚ ਵੱਖਰੀ ਪਹਿਚਾਨ ਦੀ। ਲੇਕਿਨ ਉਹਨਾਂ ਨੇ ਸਭ ਤੋਂ ਪਹਿਲੇ ਅੰਦਰ ਤੇ ਮਨਾਂ ਨੂੰ ਖਾਲਸੇ ਬਣਾਇਆ था। ਬੋਡੀਆਂ ਤੋਂ ਭਾਵੇਂ ਆਪਾਂ ਕਿੰਨੀ ਦਸਤਾਰਾਂ ਸਜਾਈ ਫਿਰੇ, ਅਸੀਂ ਆਪਾਂ ਸਾਰਿਆਂ ਦੇ ਲਈ ਹੈ ਵਿਚਾਰ, ਲੇਕਿਨ ਜਬ ਤੱਕ ਸਾਡਾ ਮਨ ਸੱਚਾ ਸੁੱਚਾ ਨਹੀਂ ਹੈ ਤੇ ਆਪਾਂ ਖਾਲਸੇ ਨਹੀਂ ਹੈਗੇ, ਆਪਾਂ ਗੁਰਮੁਖ ਨਹੀਂ ਹੈਗੇ, ਆਪਾਂ ਸੰਤ ਨਹੀਂ ਹੈ। ਆਪਾਂ ਮਨਮੁਖ ਵਾਲੀ ਬ੍ਰਿਤੀ ਦੇ ਵਿੱਚ ਅਗਰ ਤ੍ਰੈ ਗੁਣਾ ਦੇ ਵਿੱਚ ਚਲੇ ਗਏ, ਸਾਨੂੰ ਚਿੰਤਾਵਾਂ ਹੋਣ ਲੱਗੀਆਂ, ਆਸਾ ਵਿਲਾਸਾ ਸਾਡੀਆਂ ਜਾਗ ਗਈਆਂ, ਤੇ ਫਿਰ ਉਸ ਟਾਈਮ ਅਸੀਂ ਗੁਰਮੁਖ ਨਹੀਂ ਹੈ, ਉਸ ਟਾਈਮ ਅਸੀਂ ਮਨਮੁਖ ਹੈ। ਕਿਉਂਕਿ ਮਨਮੁਖ ਦੀ ਵ੍ਰਿਤੀ ਬਤਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜੋ ਤ੍ਰੈ ਗੁਣਾ ਦੇ ਵਿੱਚ ਵਿਚਰੂਗਾ ਉਹ ਮਨਮੁਖ ਹੈ, ਜੋ ਚੌਥੇ ਪਦ ਦੇ ਵਿੱਚ ਹੁਕਮ ਦੇ ਵਿੱਚ ਵਿਚਰੂਗਾ ਉਹ ਗੁਰਮੁਖ ਹੈ। ਤੇ ਹੁਣ ਸਾਨੂੰ ਅੰਦਾਜ਼ਾ ਲਗਾ ਲੈਣਾ ਕਿ ਸਾਡੀ ਸੁਰਤੀ ਅਗਰ ਥੱਲੇ ਚਲੀ ਗਈ, ਕਿਉਂਕਿ परमात्मा ने कोई एक साला महीना का खेल नहीं बनाया, हर रोज का खेल बनाया। दिवस रात दुई दाई दाया खेले सगल जगत। वो कहते डेली आना है, डेली, जब तक स्वासा रूपी धन है। हुक्म च विचरना है डेली। एक दिन का नहीं हैगा कि साने तो पिछले साल या उस तो लास्ट अमृत चख लिया हुण असीं गुरमुख हो गए। नहीं नहीं, यह तो साड़ी भूल है। ਸਾਨੇ ਡੇਲੀ ਹੀ ਹੁਕਮ ਚ ਜਿੰਨੀਆਂ ਸਵਾਸਾਂ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਦਿਆ ਜਾਣੀਆਂ, ਉਹਨਾਂ ਦੇ ਵਿੱਚ ਸਾਨੂੰ ਹੁਕਮ ਚ ਵਿਚਰਨਾ ਹੁੰਦਾ ਹੈ। ਹੁਕਮ ਦੇ ਰਾਹੀਂ ਕੰਮ ਨੂੰ ਦ੍ਰਿੜ ਕਰਕੇ ਵਾਪਸ ਨਾਮ ਨੂੰ ਸੁਰ ਕੇ ਸੁਖ ਮਹਿਲ ਦੇ ਵਿੱਚ ਵਾਸਾ ਪਾ ਕੇ ਆਪਣੇ ਘਰ ਵਾਪਸ ਮੁੜ ਜਾਣਾ। या खेल बनाया गुरबाणी गुरु ਦੇ ਵਿੱਚ गुरु नानक महाराज ने लिखा, दिवस रात दुई दा लास्ट ईयर सॉरी, तो 2 साल हो गए, 4 साल हो गए साने अमृत चख लिया, ਹੁਣ कोई फिक्र नहीं हैगी। ऐसा नहीं है वाहिगुरु, जिस टाइम साड़ी सुरती अगर एक क्षण भी हुक्म तो बाहर होंदी है फिर वाहिगुरु वो थल्ले चली गई। उस टाइम ਆਪਾਂ, ਕਿਉਂਕਿ ਮਨ ਨੂੰ ਹੀ ਬੋਲਾ ਗਿਆ ਹੈ, ਸਾਡੀ ਮਨ ਦੀ ਅਵਸਥਾ ਨੂੰ ਹੀ ਗੁਰਮੁਖ ਬੋਲਾ ਗਿਆ ਹੈ, ਬਾਹਰੀ ਪਹਿਨਾਵੇ ਨੂੰ ਨਹੀਂ, ਬੋਡੀ ਨੂੰ ਨਹੀਂ ਬੋਲਾ ਗਿਆ। ਬੋਡੀ ਦਾ ਤਾਂ ਦਾਹ ਸੰਸਕਾਰ ਹੋ ਜਾਊਗਾ ਭਾਵੇਂ ਕੈਸੀ ਬਾਣੀ ਪਾਈ ਜਾਓ। अंदर दा बाना हमेशा पहरा होया होना चाहिए, सिफत सलाह दा। सुरती अमृत रस पींदी रहे, जिथे जाके सुरती नाम नू भी सुन रही है और अमृत रस भी पी रही है, वो सुहागन हो गई। उदा राखा मालिक है, मालिक ने उदी लाज रखनी है। वो पूर्ण तरीके ते हुक्म दे विच विचर रही है, उन्हें डरन दी बिल्कुल लोड़ नहीं है। जिवें स्वासा रूपी धन खत्म होगा, मालिक ने अपने आप ही अपने विच संभाल लेना है। जे अगर सानू अमृत रस लगातार चल रहा है और नाम लगातार सुन रहा है, तो सोचो असी त्रै गुणा दे विच नहीं जांदे, क्योंकि त्रै गुणा दे विच अमृत रस रखा ही नहीं है। चौथे पद च रखा है, सुख महल च रखा है, त्रै गुणा दे विच नाम ही नहीं चल रहा। कहना मतलब कि असी त्रै गुणा दे विच नहीं खुब रहे, असी तो यूज फुलाने हैं, वापस मुड़ जाने हैं। इस तरीके ते इन्नी बारीकी ते साने खेल नू समझना है। और जो संत है, जो गुरबाणी दे राही राही सानू सोझी दी गई है, जिन्हां नू नाम दी कृपा हो गई, जिन्हां नू जो भगत है, जो साधु है, जो संत है, जो ब्रह्म ज्ञानी है, जो गुरमुख है, ए अवस्थावां है साड़ियां मन दियां। जिन्हां जिन्हां तो जैसी जैसी कृपा हो गई, अगर वो उदे थल्ले जाने हैं ना, उदे थल्ले, तो उस टाइम वो नहीं रह गए जो गुरबाणी कहती है। जो अगर नाम सुन रहे हैं, संत है,
ਤੇ ਅਗਰ ਉਹਨਾਂ ਨੂੰ ਨਾਮ ਸੁਣਨਾ ਬੰਦ ਹੋ ਗਿਆ, वो फिर संत नहीं रह गए, वो भावें वो सिमरन भावें करी जावे। तो कहਣ ਤੋਂ ਭਾਵ ਹੈ ਕਿ ਸਾਡੀ ਮਨ ਦੀ ਜੋ ਵਰਤੀ ਹੈ ਉਹਨੂੰ ਨਾਮ ਦਿਏ ਗਏ ਹੈ ਗੁਰਬਾਣੀ ਦੇ ਵਿੱਚ ਇਸ ਤਰੀਕੇ ਦੇ। ਤੇ ਆਪਾਂ ਹੁਕਮ ਦੇ ਵਿੱਚ ਵਿਚਰਾਂਗੇ ਤਾਂ ਮਾਲਿਕ ਦੇ ਘਰ ਪ੍ਰਵਾਨ ਹੋਣਗੇ ਆਪਾਂ ਸਾਰੇ ਹੀ। ਇੰਨਾ ਖੇਲ ਔਖਾ ਹੈ ਆ, ਕਹੋ ਨਾਨਕ ਇਹ ਖੇਲ ਕਠਿਨ ਹੈ। ਕਠਿਨ ਹੈ, ਕੋਈ ਬਿਰਲਾ ਹੀ ਬਿਰਲਾ ਨੂੰ ਵਿਚਾਰੂਗਾ, ਕੋਈ ਬਿਰਲਾ ਟਾਵਾ ਟਾਵਾ ਗੁਰਮੁਖ ਪੂर्ण ਤਰੀਕੇ ਦੇ। ਵੈਸੇ ਮਾਲਿਕ ਸਾਨੂੰ ਸੋਝੀ ਦੇ ਰਹੇ ਹੈ ਜਾਂ ਸਾਡੇ ਬਹੁਤ ਵੱਡੇ ਭਾਗ ਹੈ, ਬਹੁਤ ਵੱਡੇ। ਹੁਣ ਸਾਡੇ ਮਾਲਿਕ ਨੂੰ ਆਪ ਬੇਨਤੀਆਂ ਪਾਣੀਆਂ ਹੈ ਕਿ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਹੁਕਮ ਚ ਵਿਚਰਨਾ ਚਾਹੁੰਦੇ ਹਾਂ, ਲੇਕਿਨ ਸੁਰਤੀ ਨਹੀਂ, ਮਨ ਨਹੀਂ ਮੰਨਦਾ, ਟਿਕਦਾ ਨਹੀਂ, ਤੇ ਬੇਨਤੀਆਂ ਪਾਓ। ਉਹਨਾਂ ਨੇ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਗੁਰਬਾਣੀ ਦੇ ਵਿੱਚ। ਕਹਿੰਦੇ ਜੇ ਮਨ ਨਹੀਂ ਮੰਨਦਾ ਬੇਨਤੀਆਂ ਕਰਨੀਆਂ ਸ਼ੁਰੂ ਕਰ ਦੋ, ਆਪਣੇ ਆਪ ਸਹਿਜਾ ਚ ਆ ਜਾਊਗਾ, ਆਪਣੇ ਆਪ ਨੀਵਾ ਹੋ ਜਾਊਗਾ। ਜੇ ਬੇਨਤੀਆਂ ਹੀ ਨਹੀਂ ਪਾਉਂਦੇ ਮਾਲਿਕ ਨੂੰ, ਜਿਹਨੇ ਕਿੱਥੇ ਸੋਚਦੇ ਪਤਾ ਨਹੀਂ ਮਾਲਿਕ ਕੌਣ ਸੀ ਥਾਂ ਤੋਂ ਬੈਠਾ ਹੈ, ਪਤਾ ਨਹੀਂ ਸਾਡੀ ਆਵਾਜ਼ ਵੀ ਉਹਨੂੰ ਜਾ ਰਹੀ ਹੈ ਨਹੀਂ ਜਾ ਰਹੀ, ਮਾਲਿਕ ਦੀ ਕੋਈ ਹੋਂਦ ਹੀ ਮਹਿਸੂਸ ਨਹੀਂ ਹੁੰਦੀ, ਕੁਝ ਅਹਿਸਾਸ ਹੀ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਅੰਦਰ ਕੋਈ ਭਾਵ ਹੀ ਨਹੀਂ ਹੈਗਾ, तो वाकई मालिक ना तो दूर है। क्योंकि साड़े और मालिक दे विच एक ही दूरी बनी हुई है, वो है विचारा दी दूरी, सिर्फ और सिर्फ विचारा दी दूरी। मालिक तो साड़े बिच ही बैठा है, लेकिन ये जो संके हैं, ये जो विचार है, इन्हां ने और मालिक दे विच जो साड़े विच कूड़ दी जो है पाल खड़ी कर दी ना, वो कहने कि वो कूड़ है टुटे पाल। गुरु नानक महाराज कहने कि हुक्म रजाई चलना नानक लिखिया नाल, ਹੁਕਮ ਦੇ ਵਿੱਚ ਆ ਜਾਓ ਕੋੜ ਦੀ ਪਾਲ ਟੁੱਟ ਜਾਊਗੀ। ਤੇ ਵਾਹਿਗੁਰੂ ਗੁਰਮੰਤਰ ਰੂਪ ਨੇ प्यार ਤੇ ਦ੍ਰਿੜਾਣਾ है, बहुत ही प्यार दे, जैसे कि मिलाप ही चाह रहे हैं। यानी कि ਅਸੀਂ ਅੱਧਾ घंटा सुबह सिमरन कर रहे हैं, 1 घंटा संजय कर रहे हैं, अंदर अगर साड़ा मन या बनना होया है कि मालिक तो मिलना है, अगर साड़ी सुरती ने यह तय कर लिया ना तो मालिक मिलूगा ही मिलूगा। अगर वो टिकदी ही नहीं, ਉਹਨੂੰ ਪਰਫੈਕਟ ਤਰੀਕੇ ਦੀ ਖੁਦ ਨੂੰ ਵੀ ਨਹੀਂ ਪਤਾ ਕਿ ਮਿਲੂਗਾ ਜਾਂ ਨਹੀਂ ਮਿਲੂਗਾ, ਪਤਾ ਨਹੀਂ ਕਿੱਥੇ ਬੈਠਾ ਹੈ, ਜਾਂ ਗੁਰਬਾਣੀ ਗੁਰੂ ਜੋ ਕਹਿ ਰਹੇ ਹੈ ਉਹ ਸਾੜੇ ਤੇ ਵੀ ਹੋ ਸਕਦਾ ਹੈ। ਉਹ ਭੈ ਵੀ ਉਹਨੂੰ ਇਸ ਕਰਕੇ ਹੀ ਹੁੰਦਾ ਹੈ ਕਿਉਂਕਿ ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਬਿਲਕੁਲ ਵੀ। ਜੋ ਮਨ ਬੱਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਰਾਹੀਂ ਚਲेंगे, ਹੁਕਮ ਦੇ ਵਿੱਚ ਵਿਚरेंगे, ਮਾਲਿਕ ਤੋਂ ਪ੍ਰੇਮ करेंगे ਗੁਰਬਾਣੀ ਗੁਰੂ ਦੇ ਰਾਹੀਂ, ਉਹ ਜ਼ਰੂਰ ਪਾਰ ਹੋਣਗੇ, ਜ਼ਰੂਰ ਪੱਕਾ। लेकिन अपन हुक्म दे विच रहना है। जो सानू ये फिक्र लग जाती है ना, दुनियावी फिक्र लग जानियां, वो कहने ਆਪਾਂ ਕਹਿੰਦੇ ਕਿ ਅਸੀਂ ਕਿਵੇਂ ਫਿਰ ਕੀਤੇ, अगर ਅਸੀਂ मालिक तो नहीं कहेंगे तो की तो कहेंगे। वो मालिक तो आ नहीं कहना कि इन्नू ऐसा कर दो, इन्नू ऐसा कर दो, इन्नू ऐसा कर दो। मालिक तो आ कहना है वाहिगुरु उस तरीके ते कर दो कि ਅਸੀਂ ਤੁਹਾਡੇ ਹੁਕਮ ਚ ਵਿਚਰਾਂ, ਅਸੀਂ ਤੁਹਾਡੇ ਹੁਕਮ ਚ ਵਿਚਰਨਾ ਚਾਹੁੰਦੇ ਹਾਂ। ਤੇ ਪਰਮਾਤਮਾ ਨੇ ਆਪਣੇ ਆਪ ਹੀ ਕਰ ਦੇਣਾ ਹੈ। ਫਿਰ ਅਸੀਂ ਪਰਮਾਤਮਾ ਤੋਂ ਕਹਿੰਦੇ ਤਾਂ ਹੈ ਨਹੀਂ, ਅਸੀਂ ਆਪ ਨੂੰ ਠੀਕ ਕਰਨੇ ਚ ਲੱਗ ਜਾਂਦੇ ਹਾਂ ਕਿ ਵਾਹਿਗੁਰੂ ਅਸੀਂ ਆ ਵਾਲਾ ਕੰਮ ਠੀਕ ਕਰ ਦੇ, ਮੈਂ ਫਿਰ ਪੂर्ण ਤਰੀਕੇ ਤੇ ਸਿਮਰਨ ਕਰਨੇ ਬੈਠੇ ਕਰਾਂਗੇ। ਉਹਨੇ ਸਾਨੂੰ ਆ ਪ੍ਰੋਬਲਮ ਪਰੇਸ਼ਾਨ ਕਰਦੀ ਹੈ ਤੇ ਅਸੀਂ ਪਹਿਲੇ ਇਹਨੂੰ ਹੱਲ ਕਰ ਲੈਵੇਂ, ਫਿਰ ਮਾਲਿਕ ਨੂੰ ਅਸੀਂ ਜਪੇ ਕਰਾਂਗੇ। ਅਸੀਂ ਆਪਣੇ ਬੱਚਿਆਂ ਨੂੰ ਸੈੱਟ ਕਰ ਦੇਵੇਂ, ਉਸ ਤੋਂ ਬਾਅਦ ਅਸੀਂ ਬੇਫਿਕਰ ਹੋ ਜਾਏंगे, ਅਸੀਂ ਫਿਰ ਨਾਮ ਜਪੇ ਕਰਾਂਗੇ। ਯਾ ਸਾਡੀ ਭੂਲ ਹੈ, ਸਾਨੂੰ ਆਪਣੇ ਆਪ ਨੂੰ ਮਾਲਿਕ ਨੇ ਸੈੱਟ ਕਰ ਰੱਖਾ, ਤੁਸੀਂ ਬੱਚਿਆਂ ਨੂੰ ਸੈੱਟ कैसे कर दोगे। गुरु ग्रंथ साहब महाराज कहने या तुसी किसी अपने जो भी बिजनेस है कुछ भी लगा लो, जिस भी क्रियाकलाप तो ਅਸੀਂ जुड़े हुए हैं, ਤੁਸੀਂ कैसे सेट कर दोगे। ਤੈਨੂੰ मैंने सेट करा, ਤੈਨੂੰ मैंने बनाया, तू किथे कुछ सेट कर सकता है। तू कठपुतला है, मिट्टी ਦਾ पुतला है तू, तेरी डोर मेरे हत्थ ਚ है। तू अपने आप ਨੂੰ कुछ समझन लगा, यही तेरे दुख ਦਾ कारण है। तू कुछ करने ਦੀ सोचदा है, वो ਹੁੰਦਾ नहीं, तो तू रोना शुरू कर देना। कहने माटी का पुतला कैसे नचत है, माया आई तो गर्व करत है, गई माया तो रोन लगत है। या वृत्ति हो गई। सारा कुछ गुरबाणी गुरु दे विच सोची दी गई है। कहने अगर प्रॉपर्टी बढ़नी शुरू हो जावे, सारा कुछ अच्छा अच्छा चलता रहे, तो कहना चलो ठीक है जी 5-10 मिनट सिमरन भी करना जरूरी है। वो कहने अगर थोड़ा सा विघन हो जावे तो कहना सिमरन करने कुछ तो होंदा नहीं, सारा कुछ तो बेकार हुई चला जा रहा। वो कहने तू किथे बैठा, कौन सी थां तो बैठा, तू मालिक तो मिला बचा रहा या फिर तू दुनियावी सुख सहूलतां नूं इकट्ठी करने च लगा पड़ा। कि सिमरन आवृत्ति हुंदी है संसार च आपां सारिਆਂ ਦੇ ਲਈ है कि सिमरन करने च भी तभी आनंद हुंदा जब टेंशना ना होवे, बाहरी फिक्रा ना होवे। ओ फिक्रा तेने खुद ने पा लिया है, मालिक ने तेनू फिक्रा नहीं दिया। तू अपने आप च कुछ करने की जरूरत करना, फिर वो हुंदा नहीं, तेनू प्रॉब्लम हो जाती है, तेनू विचार बन जाते।
ਪਰ ਤੂੰ ਮਾਲਿਕ ਤੇ ਛੁੱਟ ਕੇ ਕਰ, ਜੋ ਤੈਨੂੰ ਕਰਮ ਦਿया ਗਿਆ ਉਹਨੂੰ ਕਰੀ ਜਾ, ਨॉर्मल मालिक पे छुटे जा। खाना तेनू मालिक ने देना है, ये काहे रे मन चितवै उदम जा आहर हर जो परया, सैल पत्थर में जंतु पाए ताका रिचक आगे कर धरिया। मेरे माधो जी सत संगत मिलै सो तरिया, गुर प्रसाद परम पद पाया सुखे का आस ठहरिया। तू क्यों चिंता करी जाना, पत्थरां च मैंने जीव पैदा करिए, उन्हां नू रिजक देना, तेनू तो मैंने अपने वर्गा बनाया, राजा बनाया, तेनू मैंने मानुक जामा दिया, तेने तू भुक, तू अपने रिजक दी सोचदा मिलूगा नहीं मिलूगा, अपने बारे च नहीं सोचदा, बच्चा दे बारे च भी सोचदा, बच्चा दे बारे च भी सोचदा। इतना ज्यादा लोभी हो गया कि इन्ना इकट्ठा कर देवा कि 10 पीढ़ियां लगातार कोई कमाने की किसी जरूरत ही ना पड़े। तो कैसी अवस्था चला गया सोच लो। इतना ज्यादा माया तो रुझ गया कि इतना कम सैट कर देवा, इस तरीके से कर देवा। वो गुरु ग्रंथ साहब महाराज कहते कर्म कर, मैं नहीं कहता कि कुछ ना करें, कुछ तू करे ना, सब कुछ कर। हथ पैर तेन कम काज करने लिए, हाथ पैर ते काम कर चीत निरंजन ना, गुरबाणी गुरु कह रही है हथ पावा ते कम कर तो कर, कर्म धर्म दुई चौपड़ साजो। वो कहते कर्म के साथ धर्म नु भी दृढ़ कर ले। पर तू चिंता तो ना करे ना, चिंता क्यों करना कि तेन आ नहीं मिलना, तेन आ नहीं मिलना, आ नहीं मिलना, ऐसा हो जाऊगा ऐसा हो जाऊगा। वो कहते तू खुद ही करा जाना, खुद ही सोची जाना, आ नहीं होना आ नहीं होना। अरे सारा कुछ कहने चिंता ताकि कीजिए जा अनहोनी होए। बस सब कुछ होगा, सब कुछ चलता रहूगा, जिन्हें खेल बनाया है उन्होंने दे दे सारा कुछ। बेफिक्र होकर कम कर, बेफिक्र होकर सो, बेफिक्र होकर नाम जप, अमृत रस पी, सूख महल च जा, आनंद ले। क्यों टेंशन पाले फिरदा। ये साड़ी वृत्ति कैसी हो गई, सामने कुछ करना है ना, सामने सेट करना है सारा कुछ, सामने अपनी एक पहचान बना के जानी है संसार च। वो कहने तेरी भूल है। बड़े बड़े राजा 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 राजाओं ते भी राजा थे संसार दे विच, बड़े बड़े भोगी चले, कहने ये भूपत सब दिन सचार के, किसी ने कोई याद नहीं कर रहा, सब चले गए। और जिन्ना कुछ इकट्ठा करके गए थे सारा कुछ इत्थे छड़ गए। तो फिर तेरी भूल है सब तो बढ़िया। तू हर रिश्ते नू संभाल सच दे साथ, हर रिश्ते नू। लेकिन सब तो पहला जो तेरा रिश्ता बना होया है मेरे साथ, संसार दे रिश्ते तेनू सारे याद हैं, लेकिन मेरा तेरा जो रिश्ता है, जो आत्मा परमात्मा दा रिश्ता है, सबद सुरत दा मेल है, जो उन्हां दा रिश्ता है, तू उन्नू कैसे भूल गया। सारे रिश्ते निभाने च तू इतना ज्यादा माहिर हो गया, इतना ज्यादा परफेक्ट अपने आप को संसार दे विच दिखाना कि मैं अपने माँ बाप दी भी इतनी अच्छी ते करदा हाँ, अपने बच्चों दे लिए भी इतनी अच्छी ते करदा हाँ। कहने एक बार मैनू भी तो पलट के देख ले, असली बाप माँ भाई बहन सारा कुछ असली तो मैं हाँ, मेरे साथ भी तो कोई रिश्ता निभा। अगर तू मेरे साथ रिश्ता निभाने च पास हो गया तो सोच ले तू पूरे संसार च पास हो गया। यह खेल है। तो इस करके साने मालिक नू प्रेम करना है, चिंता बिल्कुल नहीं करनी। जो सानू निके 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 विचार आई जाने हैं, एन रजो दे भी आना है तो हुक्म दे विच साने आना हुंदा है। जो गुरमुख नवी संगत जुड़ी है उन्हें वाहिगुरु गुरमुख सब तो पहली चीज कि मालिक तो अथा भरोसा, अथा जिन्हों नापा तोला ना जा सके, इतना भरोसा कि मेरे मालिक ने सारा कुछ अच्छा ही करना है। भावें मैनू संसार रूप से दृष्टमान रूप दे विच भावें दुख मिल जावे, लेकिन अगर मेरी वहां मेरी सुरत मेरी मन नू मालिक ने थम लिया ना, फिर मैनू कभी दुख नहीं होना, कभी दुख नहीं होना। क्योंकि मेरा राखा वो हो गया जिन्हें पूरी दुनिया नू बनाया है। मन नू मना ले। अगर तेन उस तो भरोसा नहीं तो तेन चिंता होनी शुरू हो जाएगी। यादा मतलब कि मालिक तो भरोसा नहीं कि मालिक कुछ कर सकता है, मालिक तेरी संभाल कर सकता है, नहीं, फिर तेन फिक्र हो गई। तो यही तेरी सबसे मेन प्रॉब्लम है। यह सारा कुछ असी अपनी बेसिक तौर ते लैंग्वेज दे विच इस करके लाने की कोशिश की है कि साड़ी मेन प्रॉब्लम बनिया हुई है निजी लाइफ दे विच, जिस करके कि असी वाहिगुरु गुरमंत्र नू अपनी धुन दे विच ध्यान रख के नहीं कर पाते। फैमिली दी प्रॉब्लमां, उदियां प्रॉब्लमां, उदियां प्रॉब्लमां, बिजनेस दी प्रॉब्लमां, सगे संबंधियां दी प्रॉब्लमां, वो कहंदे तू सारा कुछ छड्ड, धुन दे विच ध्यान रख, मालिक तो भरोसा कर, सारा कुछ ठीक हो जाऊगा। अगर दृष्टमान रूप दे विच ठीक भी नहीं होंदा, माड़ा मोटा घट वध भी चलूगा, तां भी फिर की हो जाना, अंदर दा सुख तां तैनू मिल ही जाऊगा ना, परमानेंटली सुख मिल जाऊगा। इस तरीके से जब आप विचरेंगे
ਵਿਚਰਾਂਗੇ ਤਾਂ ਅੰਮ੍ਰਿਤ ਰਸ ਪੀਏਂਗੇ ਵਾਹਿਗੁਰੂ, ਤਾਂ ਅਸੀਂ ਨਾਮ ਦੇ ਖਜ਼ਾਨੇ ਦੇ ਰਾਹੀਂ ਉਹਨੂੰ ਲੈ ਕੇ ਹਿਰਦੇ 'ਚ ਵਸਾ ਕੇ ਮਾਲਿਕ ਦੇ ਸਨਮੁਖ ਹੋਏਂਗੇ ਔਰ ਅਮਰ ਪਦਵੀ ਨੂੰ ਸਦਾ ਲਈ ਪ੍ਰਾਪਤ ਹੋ ਜਾਏਂਗੇ। ਨਿਰਭਉ ਪਦ ਤੇ ਸਾਡੀ ਸੁਰਤੀ ਜਾ ਕੇ ਬਹਿ ਜਾਊਗੀ ਜਦ ਆਪਾਂ ਇੰਨੀ ਬਰੀਕੀ ਦੇ ਵਿੱਚ ਵਿਚਰਾਂਗੇ ਤਾਂ। ਤੇ ਗੁਰਮੁਖੋ ਇੰਨੇ ਵਿਚਾਰ ਆਪ ਜੀ ਦੇ ਸਨਮੁਖ ਗੁਰਬਾਣੀ ਗੁਰੂ ਨੂੰ ਮੈਚ ਰੱਖਦੇ ਹੋਏ ਬੇਸਿਕ ਤਰੀਕੇ ਤੇ ਵਾਹਿਗੁਰੂ ਕੋਸ਼ਿਸ਼ ਕੀਤੀ ਹੈ ਜੋ ਸਾਡੀ ਮੇਨ ਪ੍ਰੋਬਲਮਾਂ ਬਣੀਆਂ ਹੋਈਆਂ ਹੈ ਸਾਰਿਆਂ ਦੀ ਹੀ, ਤੇ ਗੁਰਮੁਖਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਵੈਸੇ, ਲੇਕਿਨ ਉਦਾਹਰਣ ਦੇ ਲਈ ਬੋਲ ਰਿਹਾ ਹੈ। ਜੋ ਮਾਲਿਕ ਦੇ ਹੁਕਮ ਚ ਆ ਗਏ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਤਾਂ ਸੁਖੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਕभी ਨਹੀਂ ਆ ਸਕਦੀ। ਬਸ ਜੋ ਮਾਲਿਕ ਦੇ ਹੁਕਮ ਚ ਆ ਗਏ, ਜੋ ਮਾਲਿਕ ਦੇ ਹੁਕਮ ਤੋਂ ਬਾਹਰ ਹੈ ਉਹਨਾਂ ਦੇ ਲਈ ਆਪਾਂ ਸਾਰਿਆਂ ਦੇ ਲਈ ਇਹ ਵਿਚਾਰ ਹੋਈ ਹੈ। ਵਿਚਾਰ ਕਰਦੇ ਹੋਏ ਗੁਰਮੁਖੋ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਸ਼ਬਦ ਘਟਵਦ ਬੋਲੇ ਜਾਂਦੇ ਹੈ, ਤੇ ਆਪ ਤੇ ਗੁਰੂ ਸਾਹਿਬ ਗੁਰਮੁਖੋ ਬਖਸ਼ਣ ਯੋਗ ਹੋ ਬਖਸ਼ ਦੇਣਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਗੁਰਵਿੰਦਰ ਕੌਰ ਜੀ, ਭੈਣ ਜੀ ਦਾ ਵੀ ਥੈਂਕ ਯੂ ਕਰੋ ਤੇ ਸੰਗਤਾਂ ਦਾ ਵੀ ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀਓ, ਅਸੀਂ ਜੀ ਬਹੁਤ 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 ਹੀ ਵਡਭਾਗੇ ਹਾਂ ਜਿਨ੍ਹਾਂ ਨੂੰ ਚੁਣ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ ਸੱਚ ਦੀ ਸੰਗਤ ਦੇ ਵਿੱਚ ਬਿਠਾਇਆ ਹੈ। ਗੁਰਮੁਖ ਪਿਆਰਿਓ, ਆਪਣੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਮਾਲਕ ਦਾ ਤੇ ਗੁਰਮੁਖਾਂ ਦਾ ਕਿਵੇਂ ਧੰਨਵਾਦ ਕਰੀਏ। ਗੁਰਮੁਖ ਪਿਆਰਿਓ, ਬਹੁਤ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀਆਂ ਜਿਵੇਂ ਗੁਰਮੁਖਾਂ ਨੇ ਸਾਰਾ ਹੀ ਆਪਣਾ ਪ੍ਰੈਕਟੀਕਲ ਆਪਣੇ ਨਾਲ ਸ਼ੇਅਰ ਕੀਤਾ ਹੈ। ਮਾਲਕ ਬਹੁਤ ਬਹੁਤ ਨੇੜੇ ਵਿਚਰਦੇ ਆ। ਗੁਰਮੁਖ ਪਿਆਰਿਓ, ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਇੱਕ ਇੱਕ ਜੋ ਲਫ਼ਜ਼ ਗੁਰਮੁਖ ਬੋਲਦੇ ਨੇ ਇਹ ਬਿਲਕੁਲ ਵੀ ਉਹਨਾਂ ਦੀ ਆਪ ਦੀ ਸੋਝੀ ਨਹੀਂ ਹੈ। ਡਾਇਰੈਕਟ ਮਾਲਕ ਦੇ ਵੱਲੋਂ ਹੀ ਸਾਨੂੰ ਸਾਰਿਆਂ ਦੇ ਮਨਾਂ ਦੇ ਦੁੱਖ, ਸਾਰਿਆਂ ਦੀਆਂ ਜੋ ਤਕਲੀਫਾਂ ਨੇ, ਪ੍ਰੈਕਟੀਕਲੀ ਸਾਨੂੰ ਕਿੰਨੀ ਕਿੰਨੀ ਜ਼ਰੂਰਤ ਹੁੰਦੀ ਆ ਮਾਲਕ ਦੇ ਨਾਲ ਮਿਲਣ ਦੇ ਲਈ, ਕੀ ਸਾਨੂੰ ਸੋਝੀ ਦੀ ਜ਼ਰੂਰਤ ਆ, ਕੀ ਅਸੀਂ ਉਹ ਜੁਗਤੀਆਂ ਵਿਧੀਆਂ ਕਿਵੇਂ ਅਸੀਂ ਅਵਸਥਾ ਤੋਂ ਉੱਤੇ ਹੋਰ ਉੱਤੇ ਅਸੀਂ ਉਹ ਨਿਧਾਨ ਖਜ਼ਾਨਾ ਲੈਣਾ ਹੈ, ਉਹ ਆਪ ਹੀ ਮਾਲਕ ਬੋਲ ਰਹੇ ਹੁੰਦੇ ਨੇ, ਆਪ ਹੀ ਉਪਦੇਸ਼ ਕਰ ਰਹੇ ਹੁੰਦੇ ਨੇ। ਸੋ ਇਸ ਕਰਕੇ ਇਸ ਉਪਦੇਸ਼ ਨੂੰ ਇੰਨਾ ਜ਼ਿਆਦਾ ਸਤਿਕਾਰ ਦੇਣਾ, ਇਹ ਸਮਝ ਕੇ ਕਿ ਇਹ ਮਾਲਕ ਆਪ ਸਾਨੂੰ ਸੋਝੀ ਦੇ ਰਹੇ ਨੇ, ਖੁਦ ਆਪ ਸਾਡੇ ਨਾਲ ਵਿਚਰ ਕੇ। ਸੋ ਸਾਡੀ ਤੁੱਛ ਬੁੱਧੀ, ਸਾਡੇ ਕੋਲ ਲਫ਼ਜ਼ ਨਹੀਂ ਕਿ ਅਸੀਂ ਕਿਵੇਂ ਧੰਨਵਾਦ ਕਰੀਏ, ਕਿਉਂਕਿ ਅਸੀਂ ਆਪਣੇ ਆਪ 'ਚ ਬਹੁਤ ਬਹੁਤ ਨੀਵੇਂ ਹਾਂ, ਬਹੁਤ ਜ਼ਿਆਦਾ। ਫਿਰ ਵੀ ਸਾਰੀ ਹੀ ਸੰਗਤ ਦੇ ਵੱਲੋਂ, ਕਿਉਂਕਿ ਸੰਗਤ ਨੂੰ ਗੁਰਬਾਣੀ ਦੇ ਵਿੱਚ ਬਹੁਤ ਉੱਚਾ ਦਰਜਾ ਦਿੱਤਾ ਹੋਇਆ ਹੈ, ਸੋ ਸੰਗਤ ਦੇ ਵੱਲੋਂ ਅਸੀਂ ਸੰਗਤ ਦਾ ਹੀ ਜੋ ਸੰਗਤ ਦੀ ਭਾਸ਼ਾ ਨੂੰ, ਸੰਗਤ ਦੇ ਵੱਲੋਂ ਮਾਲਕ ਦਾ ਤੇ ਗੁਰਮੁਖਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਬਹੁਤ ਬਹੁਤ ਧੰਨਵਾਦ ਹੈ ਗੁਰਮੁਖਾਂ ਦਾ। ਇਹੋ ਜਿਹੇ ਗੁਰਮੁਖ, ਇਹੋ ਜਿਹੀਆਂ ਸੁਰਤੀਆਂ ਜਿਨ੍ਹਾਂ ਨੂੰ ਮਾਲਕ ਆਪ ਚੁਣਦੇ ਨੇ, ਕਿਰਪਾ ਕਰਦੇ ਨੇ, ਤੇ ਮਾਲਕ ਪ੍ਰਸੰਨ ਹੋ ਕੇ ਟੁੱਟ ਕੇ ਕਨੇਰੀ ਨਜ਼ਰ ਕਰਕੇ ਉਹਨਾਂ ਦੇ ਰਾਹੀਂ ਸਾਡੇ ਵਰਗੇ ਮਨਾਂ ਨੂੰ ਵੀ ਸੋਝੀ ਦਿੰਦੇ ਨੇ ਕਿ ਮਾਲਕ ਦੇ ਨਾਲ ਅਸੀਂ ਮਿਲਾਪ ਕਰ ਪਾਈਏ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਗੁਰੂ, ਕੋਟਨ ਕੋਟ ਧੰਨਵਾਦ ਹੈ। ਮਹਾਰਾਜ ਆਪ ਸਾਨੂੰ ਸੋਝੀ ਦੇ ਰਹੇ ਨੇ ਗੁਰਬਾਣੀ 'ਚੋਂ, ਸਾਡੇ ਮਨਾਂ ਨੂੰ, ਸਾਡਾ ਮਨੋਬਲ ਉੱਚਾ ਕਰ ਰਹੇ ਨੇ ਤਾਂ ਕਿ ਸਾਡਾ ਭਰੋਸਾ ਬਣ ਜਾਵੇ, ਸਾਡਾ ਪਿਆਰ ਪੈ ਜਾਵੇ। ਜਦੋਂ ਸਾਡਾ ਭਰੋਸਾ ਤੇ ਪਿਆਰ ਸ਼ੁਰੂ ਹੋ ਗਿਆ ਗੁਰਮੁਖ ਪਿਆਰਿਓ, ਇਹ ਖੇਡ ਆਨੰਦ ਮਹਾ ਆਨੰਦ ਪਰਮ ਆਨੰਦ ਦੇ ਵਿੱਚ ਬਦਲ ਜਾਊਗਾ।
ਸੋ ਜਿਵੇਂ ਗੁਰਮੁਖ ਆਪਾਂ ਨੂੰ ਦੱਸਦੇ ਨੇ, ਸਾਰਿਆਂ ਨੇ ਹੀ ਬਾਰ-ਬਾਰ ਆਪਾਂ ਇਸ ਕਥਾ ਨੂੰ ਸੁਣਨਾ ਹੈ ਔਰ ਮਾਲਕ ਦੇ ਅੱਗੇ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਕਮਾਉਣ ਯੋਗ ਹੋ ਜਾਈਏ ਇਸ ਉਪਦੇਸ਼ ਨੂੰ। ਸੋ ਇੰਨੀ ਕੁ ਹੀ ਸਾਡੀ ਜੋ ਬੇਨਤੀ ਹੈ ਉਹ ਪ੍ਰਵਾਨ ਕਰਨਾ ਜੀ। ਆਪ ਸੰਗਤ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਆਪ ਦੀ ਚਰਨ ਧੂੜ ਬਖਸ਼ ਕੇ ਸਾਡੇ ਵੱਡੇ ਭਾਗ ਕੀਤੇ ਨੇ, ਤਾਂ ਜੋ ਇਸ ਧੂੜ ਨੂੰ ਮਸਤਕ ਤੇ ਲਾ ਕੇ ਅਸੀਂ ਵੀ ਮਾਲਕ ਦੇ ਨਾਲ ਮਿਲਾਪ ਦੇ ਰਸਤੇ ਤੇ ਤੁਰੀਏ। ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ। ਸਾਡੇ ਕੋਲ ਹੋਰ ਸ਼ਬਦ ਬੋਲੇ ਨਹੀਂ ਜਾਂਦੇ। ਸੋ ਗੁਰਮੁਖ ਪਿਆਰਿਓ, ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨਾ ਜੀ। ਮਾਲਕ ਕਿਰਪਾ ਕਰਨ, ਸਾਨੂੰ ਅੱਗੇ ਤੋਂ ਵੀ ਇਸੇ ਤਰੀਕੇ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਣ, ਸੰਗਤ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਤਾਂ ਜੋ ਅਸੀਂ ਸਾਡਾ ਜੋ ਇਸ ਦੁਨੀਆ ਤੇ ਆਉਣ ਦਾ, ਲੋਕ ਦੇ ਵਿੱਚ ਆਉਣ ਦਾ ਜੋ ਮਨੋਰਥ ਹੈ, ਨਾਮ 'ਚ ਸਮਾ ਕੇ ਮਾਲਕ ਨੂੰ ਮਿਲਾਪ ਕਰਨ ਦਾ, ਉਹ ਸਾਡਾ ਸਫਲ ਹੋ ਜਾਵੇ। ਮਨੁੱਖਾ ਜਨਮ ਨੂੰ ਅਸੀਂ ਸਫਲ ਕਰਕੇ ਮਾਲਕ ਦੇ ਨਾਲ ਮਿਲਾਪ ਕਰ ਪਾਈਏ। ਸੋ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨਾ ਜੀ। ਸਾਡੇ ਤੋਂ ਬੋਲਦਿਆਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਬਖਸ਼ਣਯੋਗ ਸਾਨੂੰ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਜੀ ਖਾਲਸਾ, ਵਾਹਿਗੁਰੂ ਜੀ ਕੀ ਤੇ ਫਤਿਹ। ਦੋਨਾਂ